ਸੁਖਦੇਵ ਭਾਈ ਨੇ ਪ੍ਰਾਰਥਨਾ ਕਰਦੇ ਪਏ ਸੀ, ਜੋ ਉਹਨਾਂ ਨੇ ਕਿਹਾ ਕਿ ਪਰਮੇਸ਼ਰ ਸਾਡੀ ਅਕਲ ਬੁੱਧੀ ਨੂੰ ਕੀ ਕਰੇ, ਖੋਲ ਦੇ। ਠੀਕ ਹੈ, ਅੱਜ ਆਪਾਂ ਇੱਦਾਂ ਦਾ ਕੋਈ ਟੋਪਿਕ ਕਰਨਾ ਅਕਲ ਬੁੱਧੀ ਵਾਲਾ, ਕਾਫੀ ਡੀਪ ਹੈਗਾ ਪਰ ਕਾਫੀ ਇੰਟਰਸਟਿੰਗ ਹੋਏਗਾ। ਠੀਕ ਹੈ, ਜਦੋਂ ਆਪਾਂ ਬਾਈਬਲ ਦੇਖਦੇ ਹਾਂ ਆਪਾਂ ਦੇਖਦੇ ਹਾਂ ਕਿ ਕੂਚ ਦੀ ਪੁਸਤਕ ਵਿੱਚ ਲੜਾਈ ਚੱਲਦੀ ਪਈ ਕਿਹਦੀ ਪਰਮੇਸ਼ਵਰ ਦੀ ਤੇ ਫਿਰੌਨ ਦੀ। ਠੀਕ ਹੈ, ਹੁਣ ਜੇ ਉੱਥੇ ਦੇਖੋਗੇ ਫਿਰੌਨ ਦੀ ਸਟੋਰੀ, ਪਰਮੇਸ਼ਵਰ ਨੇ ਵਿਪੱਤੀਆਂ ਲੈਂਦੀਆਂ ਕਿੰਨੀ ਬਾਬਾ ਪਈਆਂ ਉਹਨਾਂ ਦੇ 10 ਵਿਪੱਤੀਆਂ। 10 ਹੀ ਕਿਉਂ ਪਈਆਂ, ਇੱਕੋ 'ਚ ਕਿਉਂ ਨਹੀਂ? ਮੈਂ ਪਿਛਲੇ ਵੀ ਗੱਲ ਕੀਤੀ ਸੀ, ਉਹ ਕੰਮ ਉਹ 10 ਹੈਗੇ ਨਹੀਂ, ਉਹ 10 ਪ੍ਰਿੰਸੀਪਲਸ। ਠੀਕ ਹੈ, ਪਰ ਸਿਰਫ ਇੱਦਾਂ ਨਹੀਂ ਕਿ 10 ਇਸ ਲਈ ਪਰਮੇਸ਼ਵਰ 5 ਵੀ ਕਰ ਸਕਦੇ, 6 ਵੀ ਕਰ ਸਕਦੇ, 7 ਵੀ ਕਰ ਸਕਦੇ ਸੀ, ਕੁਛ ਵੀ ਹੋ ਸਕਦਾ ਸੀ, ਹੈ ਨਾ, ਪਰ 10 ਹੀ ਕਿਉਂ? ਤੇ ਕੁਛ ਚੀਜ਼ਾਂ ਬਾਰੇ ਪਹਿਲੇ ਵੀ ਡਿਸਕਸ ਕਰਨਾ। ਪਰ ਇੱਕ ਦੋ ਚੀਜ਼ਾਂ ਜੇ ਤੁਸੀਂ ਹੋਰ ਦੇਖੋਗੇ, ਜਦੋਂ ਪੱਤੀਆਂ ਪੈਂਦੀਆਂ ਪਈਆਂ ਸੀ ਫਿਰੌਨ ਦਾ ਕੀ ਹਾਲ ਹੁੰਦਾ ਸੀ ਪਹਿਲੀ ਤੋਂ ਬਾਅਦ? ਉਹਨੂੰ ਕਿੱਦਾਂ ਫੀਲ ਹੁੰਦਾ ਸੀ? ਹਾਂਜੀ, ਗੁੱਸਾ ਚੜ੍ਹਦਾ ਸੀ। ਫਿਰ ਦੂਜੀ ਤੋਂ ਬਾਅਦ, ਤੀਜੀ ਤੋਂ ਬਾਅਦ ਬਾਈਬਲ ਕੀ ਕਹਿੰਦੀ? ਫਿਰੌਨ ਦਾ ਕਿ ਮਨ ਕੀ ਹੋਣ ਲੱਪਿਆ? ਕਠੋਰ ਹੋਣ ਲੱਪਿਆ। ਫਿਰ ਅੱਗੇ ਜਾ ਕੇ ਲਿਖਿਆ ਕਿ ਪਰਮੇਸ਼ਰ ਨੇ ਉਹਦਾ ਮਨ ਕੀ ਕਰਤਾ? ਕਠੋਰ ਕਰਤਾ। ਹੁਣ ਤੁਸੀਂ ਧਿਆਨ ਦੇ ਇੱਕ ਚੀਜ਼ ਸੋਚੋ ਧਿਆਨ ਨਾਲ, ਜੇ ਪਰਮੇਸ਼ਵਰ, ਆਪਾਂ ਜਾਣਦੇ ਪਰਮੇਸ਼ਵਰ ਸਭ ਤੋਂ ਵੱਧ ਤਾਕਤਵਰ, ਜੇ ਪਰਮੇਸ਼ਵਰ ਜਾਣ ਬੁੱਝ ਕੇ ਕਿਸੇ ਦਾ ਮਨ ਕਠੋਰ ਕਰਦੇ ਤੇ ਉਹਨਾਂ ਲੜੇ, ਤੇ ਮੁਕਾਬਲਾ ਹੈਗਾ ਬਰਾਬਰ ਦਾ ਕਿ ਨਹੀਂ ਹੈਗਾ? ਜਿਹੜਾ ਸਭ ਤੋਂ ਤਾਕਤਵਰ ਆ ਉਹ ਸਿਰ ਦੂਜਾ ਮਨ ਕਠੋਰ ਕਰਦੇ ਕਿ ਤੂੰ ਲੜ ਬਸ, ਤੇ ਹੋ ਗਿਆ ਯਾਰ ਆ ਤੇ ਬਰਾਬਰ ਦਾ ਹੀ ਨਹੀਂ ਹੈਗਾ, ਪਤਾ ਹੀ ਆ ਕਿੰਨੇ ਜਿੱਤਣਾ। ਠੀਕ ਹੈ, ਆਪਾਂ ਉਹਦੇ ਬਾਰੇ ਦੇਖਣਾ ਕਿ ਪਰਮੇਸ਼ਰ ਮਨ ਕਠੋਰ ਕਰ ਸਕਦਾ ਕਿਸੇ ਦਾ ਕਿ ਨਹੀਂ ਕਰ ਸਕਦਾ। ਤੇ ਜੇ ਉੱਥੇ ਬਾਈਬਲ 'ਚ ਲਿਖਿਆ ਉਹਦਾ ਮਤਲਬ ਕੀ ਹੈਗਾ? ਕੁਛ ਇੱਦਾਂ ਮਤਲਬ ਕਿ ਡੀਪ ਚੀਜ਼ਾਂ ਹੈਗੀਆਂ ਜਿਹੜੀਆਂ ਕਿ ਪਰਮੇਸ਼ਰ ਨੂੰ ਸਿਖਾਉਣਾ ਚਾਹੁੰਦੇ ਇਹਦੇ ਵਿੱਚੋਂ। ਤੁਸੀਂ ਵੇਖੋ ਮੇਰੇ ਨਾਲ ਕੂਚ ਦੀ ਪੁਸਤਕ ਵਿੱਚ 9 ਚੈਪਟਰ 9 ਦੀ 12। ਹਾਂਜੀ, ਜਿੱਦਾਂ ਪਰਮੇਸ਼ਰ ਮੂਸਾ ਨੂੰ ਕਿਹਾ ਸੀ ਉਸੇ ਤਰੀਕੇ ਨਾਲ ਕੀ ਹੋਇਆ? ਪਰਮੇਸ਼ਰ ਨੇ ਉਹਦਾ ਮਨ ਕਠੋਰ ਕਰਤਾ ਫਿਰੌਨ ਦਾ। ਕਿੰਨੀ ਵਿਪੱਤੀ ਹੋ ਗਈ ਇੱਥੇ ਜਦੋਂ ਦੀ ਪੜ੍ਹਦੇ 9 ਚੈਪਟਰ ਵਿੱਚ? ਗਿਣਤੀ ਕਰਿਓ ਜਰਾ, ਕਿੰਨੀ ਵਿਪੱਤੀਆਂ ਹੋ ਗਈਆਂ? ਪਹਿਲੀ ਵਿਪੱਤੀ ਕੀ ਸੀ? ਪਹਿਲੀ ਵਿਪੱਤੀ ਕੀ ਸੀ? ਹਾਂਜੀ, ਦੂਸਰੀ ਡੱਡੂਆਂ ਦੀ 2, ਤੀਸਰੀ ਹਾਂਜੀ ਹਾਂਜੀ 4 ਹਾਂਜੀ। ਠੀਕ ਹੈ, ਬਸ ਹੁਣ ਜੋ ਤੁਸੀਂ ਗੜਿਆਂ ਦੇ ਪਹੁੰਚਣਾ ਉਦੋਂ 7ਵੀਂ ਸ਼ੁਰੂ ਹੋਣੀ, ਪਰ ਇਸ ਤੋਂ ਪਹਿਲਾਂ ਕਿੰਨੀਆਂ ਹੋ ਚੁੱਕੀਆਂ? 6 ਹੋ ਚੁੱਕੀਆਂ। 6 ਤੋਂ ਬਾਅਦ 'ਚੋਂ ਲਿਖਿਆ ਵਾ ਕਿ ਪਰਮੇਸ਼ਰ ਦਾ ਮਨ ਕਠੋਰ ਕਰਤਾ। ਇਸ ਤੋਂ ਪਹਿਲਾਂ ਕਦੀ ਨਹੀਂ ਲਿਖਿਆ ਕਿ ਪਰਮੇਸ਼ਰ ਦਾ ਮਨ ਹਠੀਲਾ ਕਰਤਾ। 6 ਤੇ ਕਿਉਂ? ਠੀਕ ਹੈ, ਪਹਿਲੀ ਚੀਜ਼। ਅੱਛਾ, ਦੂਸਰੀ ਚੀਜ਼ ਇਸ ਤੋਂ ਬਾਅਦ ਅੱਗੇ ਚੱਲੋ, 9 ਦੀ 27 ਨੰਬਰ ਵਰਸ। ਹੁਣ 7ਵੀਂ ਪੱਤੀ ਖਤਮ ਹੋਈ, 7ਵੀਂ। ਹਾਂਜੀ ਅਤੇ ਉਹਨਾਂ ਨੂੰ ਆਖਿਆ ਕਿ ਮੈਂ ਐਤਕੀ ਦੀ ਵਾਰ ਪਾਪ ਕੀਤਾ, ਹਾਂਜੀ, ਜੋ ਅਸਤ ਹੈ, ਮੈਂ ਅਤੇ ਮੇਰੀ ਰਈਅਤ ਦੁਸ਼ਟ ਹਾਂ। ਹਾਂਜੀ, ਬਸ ਹਾਂਜੀ। ਕੀ ਲਿਖਿਆ? ਫਿਰੌਨ ਨੇ ਮੂਸਾ ਤੇ ਹਾਰੂਨ ਨੂੰ ਬੁਲਾ ਕੇ ਕੀ ਕਿਹਾ? ਸੱਦ ਕੇ ਕੀ ਕਿਹਾ? ਮੈਂ ਪਾਪ ਕੀਤਾ। ਇਸ ਤੋਂ ਪਹਿਲਾਂ ਉਹਨੇ ਕਦੀ ਨਹੀਂ ਕਿਹਾ ਮੈਂ ਪਾਪ ਕੀਤਾ। 7ਵੀਂ ਪੱਤੀ ਤੋਂ ਬਾਅਦ ਪਹਿਲੀ ਵਾਰੀ ਕਹਿੰਦਾ ਪਿਆ ਮੈਂ ਕੀ ਕੀਤਾ? ਪਾਪ ਕੀਤਾ। ਧਿਆਨ ਦਿਓ ਹਮੇਸ਼ਾ, ਇਸ ਤੋਂ ਪਹਿਲਾਂ ਉਹਨੇ ਕਦੀ ਨਹੀਂ ਕਿਹਾ ਕਿ ਮੈਂ ਪਾਪ ਕੀਤਾ। ਹੁਣ 7ਵੀਂ ਪੱਤੀਆਂ ਤੋਂ ਬਾਅਦ 'ਚੋਂ ਕਹਿੰਦਾ ਪਿਆ ਮੈਂ ਪਾਪ ਕੀਤਾ। ਹੁਣ ਜੇ ਇੱਕ ਬੰਦਾ ਮੰਨ ਲੇ ਕਿ ਮੈਂ ਪਾਪ ਕੀਤਾ, ਫਿਰ ਕੀ ਹੋਣਾ ਚਾਹੀਦਾ? ਫਿਰ ਪਰਮੇਸ਼ਰ ਕੀ ਕਰੇ? ਹਾਂਜੀ, ਮਾਫ ਕਰ ਦੇ, ਹੈ ਨਾ, 7ਵੀਂ ਪੱਤੀਆਂ ਬਾਅਦ। ਪਰ ਇਸ ਤੋਂ ਬਾਅਦ ਕੀ ਹੁੰਦਾ ਪਿਆ ਵਾ? 3 ਹੋਰ ਆ ਗਈਆਂ। ਜੇ ਇੱਕ ਬੰਦੇ ਨੇ ਮੰਨ ਹੀ ਲਿਆ ਕਿ ਮੈਂ ਪਾਪ ਕੀਤਾ, ਮੈਨੂੰ ਮਾਫ ਕਰੋ, ਤੇ ਹੋਣਾ ਕੀ ਚਾਹੀਦਾ? ਮਾਫ ਕਰ ਦਿਓ। ਪਰ ਮਾਫੀ ਨਹੀਂ ਮਿਲਦੀ ਵੀ 3 ਪੱਤੀਆਂ ਹੋਰ ਸ਼ੁਰੂ ਹੋ ਗਈਆਂ। ਠੀਕ ਹੈ, ਹੁਣ 3 ਕਿਉਂ ਸ਼ੁਰੂ ਹੋ ਗਈਆਂ? ਕਿਉਂਕਿ ਜੇ ਤੇ ਅੱਗੇ ਵੇਖੋਗੇ 34 ਨੰਬਰ ਵਰਸ ਵਿੱਚ 34 ਤੇ 35। ਜਦ ਫਿਰੌਨ ਨੇ ਦੇਖਿਆ ਕਿ ਵਰਖਾ ਤੇ ਗੜੇ ਦੇ ਗਰਜਣ ਹਟ ਗਏ ਹਨ, ਹਾਂਜੀ, ਤਾਂ ਫਿਰ ਪਾਪ ਕੀਤਾ ਨੇ ਆਪਣਾ ਮਨ ਪੱਥਰ ਕਰ ਲਿਆ ਉਸ ਦੀ ਅਤੇ ਉਸ ਦੇ ਟਹਿਲੂ। ਹਾਂਜੀ, ਸੋ ਜਿਵੇਂ ਮੂਸਾ ਦੇ ਰਾਹੀਂ ਬੋਲਿਆ ਕਿ ਫਿਰੌਨ ਦਾ ਮਨ ਕਠੋਰ ਹੋ ਗਿਆ, ਉਸਨੇ ਇਸਰਾਏਲੀਆਂ ਨੂੰ ਜਾਣ ਨਾ ਦਿੱਤਾ। ਹਾਂਜੀ, ਹੋ ਗਿਆ। ठीक है, 35 तक हो गया। लिखा कि 34 वर्ष ਵਿੱਚ परंतु ये देखकर कि मैं और ओलों और बादल का गरजना बंद हो गया, फिर उन्होंने अपने कर्मचारियों समेत फिर अपने मन को कठोर करके की किया? पाप किया। ठीक है, कितनी विपत्तियां हो गई?
7 ਹੋ ਗਈਆਂ। ਧਿਆਨ ਦਿਓ, ਹੁਣ ਇੱਧਰ ਇੱਕ ਚੀਜ਼ ਹੋਰ ਚੱਲਦੀ ਪਈ। ਇਸ ਤੋਂ ਪਹਿਲਾਂ ਬਾਈਬਲ ਲਿਖਣ ਵਾਲਾ ਜਿਹੜਾ ਬਾਈਬਲ ਲਿਖਦਾ ਪਿਆ, ਉਹ ਇਸ ਤੋਂ ਪਹਿਲਾਂ ਐ ਨਹੀਂ ਕਦੀ ਕਹਿੰਦਾ ਪਿਆ ਕਿ ਉਹਨੇ ਪਾਪ ਕੀਤਾ। ਕਿਉਂ ਨਹੀਂ ਕਹਿੰਦਾ ਪਿਆ? 7 ਵਿਪੱਤੀਆਂ ਬਾਅਦ 'ਚ ਉਹ ਕਹਿੰਦਾ ਵਾ ਕਿ ਉਹਨੇ ਪਾਪ ਕੀਤਾ। ਕਿਉਂ? ਹੁਣ ਹੀ ਉਹ ਕਿਉਂ ਕਹਿੰਦਾ ਪਿਆ ਕਿ ਫਿਰ ਉਹਨੇ ਪਾਪ ਕੀਤਾ, ਜਦ ਕਿ ਇਸ ਤੋਂ ਪਹਿਲਾਂ ਵੀ ਉਹ ਪਹਿਲੀ ਤੋਂ ਸ਼ੁਰੂ ਕਰ ਸਕਦਾ ਕਿ ਉਹਨੇ ਪਾਪ ਕੀਤਾ? ਕਿਉਂ ਨਹੀਂ ਕਹਿੰਦਾ ਪਿਆ ਉਹ? ਠੀਕ ਹੈ, ਇਹਦਾ ਆਨਸਰ ਕੀ ਹੈ? ਕਿਉਂਕਿ ਧਿਆਨ ਦਿਓ, ਕਿਉਂਕਿ ਇਸ ਤੋਂ ਪਹਿਲਾਂ ਫਿਰ ਉਹਨੇ ਕਦੀ ਕੀ ਨਹੀਂ ਕੀਤਾ? ਫਿਰ ਉਹਨੇ ਕਦੀ ਕੀ ਨਹੀਂ ਕੀਤਾ? ਮੰਨਿਆ ਨਹੀਂ। ਕੀ ਨਹੀਂ ਮੰਨਿਆ? ਉਹਨੇ ਉਹ ਨਹੀਂ ਮੰਨਿਆ ਕਿ ਮੈਂ ਪਾਪ ਕੀਤਾ। ਠੀਕ ਹੈ, ਜਿੰਦਰ ਤੱਕ ਉਹ ਮੰਨਿਆ ਨਹੀਂ, ਉਹਨੂੰ ਕੀ ਲੱਗਦਾ ਮੈਂ ਕੀ ਹਾਂ? ਸਹੀ ਹੈਗਾ। ਠੀਕ ਹੈ, ਪਰ ਜਦੋਂ ਉਹਨੇ ਮੰਨਿਆ ਕਿ ਮੈਂ ਪਾਪ ਕੀਤਾ ਤੇ ਉਹਨੇ ਫਿਰ ਜਦੋਂ ਗਲਤੀ ਕੀਤੀ ਤੇ ਬਾਈਬਲ ਕੀ ਕਹਿੰਦੀ? ਹੁਣ ਉਹਨੇ ਕੀ ਕੀਤਾ? ਪਾਪ ਕੀਤਾ ਉਹਨੇ। ਠੀਕ ਹੈ, ਸੋ ਜਿਹੜੀ ਚੀਜ਼ਾਂ ਛੋਟੀ ਛੋਟੀਆਂ ਹੈਗੀਆਂ ਕਿਤੇ ਹੋ ਗਈ ਰਿਹਾ, ਪਹਿਲੀ ਵਾਰੀ ਉਹ ਕਿਦੋਂ ਕਹਿੰਦਾ ਵਾ 7 ਵਿਪੱਤੀਆਂ ਬਾਅਦ 'ਚੋਂ ਕਿ ਫਿਰ ਉਹਨੇ ਪਾਪ ਕੀਤਾ। ਅੱਛਾ ਠੀਕ ਹੈ, ਇੱਥੋਂ ਤੱਕ ਹੋ ਗਿਆ। ਹੁਣ ਜੋ ਤੁਸੀਂ ਪੜ੍ਹੋਗੇ ਵਰਸ ਨੰਬਰ 10 ਦੇ ਵਿੱਚ, 10 ਚੈਪਟਰ 1 ਵਰਸ ਵਿੱਚ। ਫਿਰ ਉਹ ਕੋਲ ਜਾ, ਕਿਉਂ ਜੋ ਮੈਂ ਉਸਦੇ ਮਨ ਨੂੰ ਅਤੇ ਉਸਦੇ ਕਹਿਣ ਵਾਲੇ ਮਨਾਂ ਨੂੰ ਭਾਰੀ ਹੋਣ ਦਿੱਤਾ ਹੈ, ਹਾਂਜੀ, ਤਾਂ ਜੋ ਮੈਂ ਆਪਣੇ ਇਹ ਨਿਸ਼ਾਨ ਉੱਤੇ ਉਹਨਾਂ ਦੇ ਵਿੱਚ ਵਿਖਾਵਾਂ। ਹਾਂਜੀ, ਇਸ ਲਈ ਜੋ ਤੂੰ ਆਪਣੇ ਪੁੱਤਰ ਅਤੇ ਆਪਣੇ ਪੋਤਰੇ ਦੇ ਕੰਨਾਂ ਵਿੱਚ ਪਾਇਆ ਕਰੇ, ਜੋ ਸ਼ਕਤੀ ਮੈਂ ਮਿਸ਼ਨ ਉੱਤੇ ਕੀਤੀ ਅਤੇ ਮੇਰੇ ਨਿਸ਼ਾਨ ਜਿਹੜੇ ਮੈਂ ਉਹਨਾਂ ਨੂੰ ਦਿਖਾਏ, ਤਾਂ ਜੋ ਤੁਸੀਂ ਜਾਣੋ ਕਿ ਮੈਂ ਜੋ ਹਾਂ। ਤਾਂ ਕਿ ਮੈਂ ਜੋ ਹਾਂ। ਠੀਕ ਹੈ, ਹੁਣ 10 ਚੈਪਟਰ ਵਿੱਚ ਪਰਮੇਸ਼ਰ ਨੇ ਪਹਿਲੀ ਵਾਰੀ ਕੀ ਕਿਹਾ? ਫਿਰ ਉਹਦੇ ਕੋਲ ਜਾ, ਕਿਉਂਕਿ ਮੈਂ ਉਹਦੇ ਤੇ ਉਹਦੇ ਕਰਮਚਾਰੀ ਦੇ ਮਨ ਨੂੰ ਕਠੋਰ, ਕਿਉਂ ਜੋ ਮੈਂ ਉਸਦੇ ਮਨ ਨੂੰ ਔਰ ਉਸਦੇ ਟਹਿਲੂਆਂ ਦੇ ਮਨਾਂ ਨੂੰ ਭਾਰੀ ਹੋਣ ਦਿੱਤਾ ਹੈ। ਹੁਣ ਤੇ ਕਹੋ ਯਾਰ ਇੱਥੇ ਸਾਫ਼ ਲਿਖਿਆ ਕਿ ਪਰਮੇਸ਼ਵਰ ਮਨ ਨੂੰ ਭਾਰੀ ਕਰ ਦਿੰਦਾ, ਪਰ ਤੇ ਇਹ ਕਹਿੰਦੇ ਕਿ ਪਰਮੇਸ਼ਵਰ ਮਨ ਨੂੰ ਭਾਰੀ ਨਹੀਂ ਕਰਦਾ। ਠੀਕ ਹੈ, ਪਰਮੇਸ਼ਵਰ ਕਿਸੇ ਦੇ ਮਨ ਨੂੰ ਹਠੀਲਾ ਨਹੀਂ ਕਰਦਾ। ਠੀਕ ਹੈ, ਪਰਮੇਸ਼ਵਰ ਮਨ ਨੂੰ ਪੱਕਾ ਨਹੀਂ ਕਰਦਾ। ਇੱਥੇ ਹੋ ਹੀ ਰਿਹਾ। ਜਦ ਧਿਆਨ ਨਾਲ ਦੇਖੋਗੇ ਤੇ ਵਰਸ ਨੰਬਰ 2 ਵਿੱਚ ਪਰਮੇਸ਼ਰ ਨੇ ਕੀ ਕਿਹਾ? ਇਸ ਲਈ ਜੋ ਆਪਣੇ ਪੁੱਤਰ ਅਤੇ ਆਪਣੇ ਪੋਤਰੇ ਦੇ ਕੰਨਾਂ ਵਿੱਚ ਪਾਇਆ ਕਰੇ। ਇੱਕ ਮਿੰਟ, ਹੁਣ ਧਿਆਨ ਦਿਓ। ਇੱਕ ਵਿੱਚ ਪਰਮੇਸ਼ਰ ਨੇ ਕੀ ਕਿਹਾ? ਕਿੱਥੇ ਜਾ? ਫਿਰੌਨ ਦੇ ਕੋਲ। ਪਰ 2 ਚ ਉਹ ਕਿਹਦੇ ਕੋਲ ਜਾਂਦੇ ਪਏ? ਪੁੱਤ ਤੇ। ਇਹ ਕਿਉਂ? ਇੱਕ ਚ ਤੇ ਕਿਹਾ ਵਾ ਕਿਹਦੇ ਕੋਲ ਜਾਣਾ? ਫਿਰੌਨ ਕੋਲ। ਤੁਹਾਡੇ ਖਿਆਲ ਨਾਲ ਅਗਲੀ ਚੀਜ਼ ਕੀ ਹੋਣੀ ਚਾਹੀਦੀ? ਉਹ ਕਿਹਦੇ ਕੋਲ ਜਾਣਗੇ? ਫਿਰੌਨ ਕੋਲ ਜਾਣਗੇ, ਪਰ ਉਹ ਕਿਹਦੇ ਕੋਲ ਜਾਂਦੇ ਪਏ? ਇਹ ਕਿਉਂ? ਠੀਕ ਹੈ, ਇਹ ਕਿਉਂ? ਕਿਉਂਕਿ ਜੇ ਧਿਆਨ ਨਾਲ ਦੇਖੋਗੇ ਹੁਣ ਪਰਮੇਸ਼ਰ ਕੀ ਕਹਿਣਾ ਚਾਹੁੰਦੇ ਪਏ? ਪਹਿਲੇ ਜਿਹੜੀ 7 ਵਿਪੱਤੀਆਂ ਹੈਗੀਆਂ ਸੀ ਉਹਨਾਂ ਦਾ ਮੈਸੇਜ ਕਿਹਨੂੰ ਦੇਣਾ ਸੀ? ਉਹ ਕਿਹਨੂੰ ਸਿਖਾਉਣੀਆਂ ਸੀ? ਫਿਰੌਨ ਨੂੰ। ਹੁਣ ਜਿਹੜੀ 3 ਵਿਪੱਤੀਆਂ ਵਾ ਉਹ ਕਿਹਨੂੰ ਸਿਖਾਉਣੀਆਂ? ਪੋਤੇ ਪੋਤੀਆਂ ਨੂੰ। ਠੀਕ ਹੈ, ਹੁਣ ਲੈਸਨ ਜਿਹੜਾ ਹੈਗਾ ਵਾ ਬੱਚਿਆਂ ਵਾਸਤੇ ਹੈਗਾ, ਹੁਣ ਫਿਰੌਨ ਵਾਸਤੇ ਨਹੀਂ ਆ। ਫਿਰੌਨ ਤੇ ਬਾਰ-ਬਾਰ ਕਰੀ ਜਾਂਦਾ ਤੇ ਕਿੰਨੀ ਵਾਰੀ ਤੱਕ ਉਹਨੂੰ ਮਾਫ ਕਰੋਗੇ? ਕਿੰਨੀ ਵਾਰੀ ਤੱਕ ਉਹਨੂੰ ਟਾਈਮ ਦਿਓਗੇ? 7 ਵਾਰੀ ਤੁਸੀਂ ਟਾਈਮ ਦੇਤਾ, ਨਹੀਂ ਮੰਨਦਾ ਪਿਆ। ਹੁਣ ਮੈਸੇਜ ਕਿਹਦੇ ਵਾਸਤੇ ਆਊਗਾ? ਬੱਚਿਆਂ ਵਾਸਤੇ। ਤੁਸੀਂ ਉਹਨਾਂ ਨੂੰ ਸਿਖਾਉਣਾ, ਉਹਨਾਂ ਨੂੰ ਜਾ ਕੇ ਦੱਸੋ ਕਿ ਪਰਮੇਸ਼ਰ ਤੁਹਾਡੇ ਨਾਲ ਕੀ ਕੰਮ ਕੀਤੇ। ਠੀਕ ਹੈ, ਸੋ ਜਿਹੜੀ ਚੀਜ਼ਾਂ ਵਾ ਉਹ ਕੁਛ ਹੋਰ ਤਰੀਕਿਆਂ ਚੱਲਦੀਆਂ ਵੀ ਆ ਪਿਛਲੀ ਸਟੋਰੀ ਵਿੱਚ, ਬੈਕ ਸਟੋਰੀ ਵਿੱਚ। ਠੀਕ ਹੈ, ਅੱਗੇ ਵੇਖੋ 3 ਵਿੱਚ ਕੀ ਆ ਹੁਣ ਡੀਪ ਸਟੋਰੀ। ਸੋ ਮੂਸਾ ਤੇ ਹਾਰੂਨ ਨੇ ਫਿਰੌਨ ਦੇ ਕੋਲ ਜਾ ਕੇ ਉਸ ਨੂੰ ਆਖਿਆ, ਜੋ ਇਬਰਾਨੀਆਂ ਦਾ ਪਰਮੇਸ਼ਰ ਇੰਜ ਫਰਮਾਉਂਦਾ ਹੈ ਕਿ ਜਦ ਤੱਕ ਤੂੰ ਮੇਰੇ ਅੱਗੇ ਆਪਣੇ ਆਪ ਨੂੰ ਨੀਵਾਂ ਕਰਨ ਤੋਂ ਇਨਕਾਰ ਕਰਦਾ ਰਹੇਗਾ, ਮੇਰੀ ਪ੍ਰਜਾ ਨੂੰ ਜਾਣ ਜੇ, ਤਾਂ ਜੋ ਉਹ ਮੇਰੀ ਉਪਾਸਨਾ ਕਰੇ। ਹਾਂਜੀ, ਠੀਕ ਹੈ, ਹੁਣ ਪਰਮੇਸ਼ਰ ਹੀ ਕਰਦੇ ਪਏ। ਪਹਿਲਾਂ ਜਿਹੜਾ ਪਲਾਨ ਸੀ ਉਹ ਪਲਾਨ A ਸੀ, ਹੁਣ ਪਲਾਨ B ਸ਼ੁਰੂ ਹੋ ਗਿਆ। ਪਲਾਨ B ਕੀ ਆ? ਫਿਰੌਨ ਕਰਦਾ ਕੀ ਪਿਆ ਵਾ? ਫਿਰੌਨ ਆਪਣੇ ਮਨ ਨੂੰ ਕੀ ਕਰਦਾ ਪਿਆ? ਹਾਂਜੀ, ਕਠੋਰ ਦਾ ਮਤਲਬ ਸਖਤ ਮਤਲਬ ਜੇ ਤੁਸੀਂ ਉੱਥੇ ਹੁੰਦੇ ਕੀ ਕਰਦਾ ਪਿਆ ਤੁਹਾਡੇ ਖਿਆਲ ਨਾਲ? ਉਹ ਢੀਠ ਹੋ ਗਿਆ। ਢੀਠ ਕਿਉਂ ਹੋ ਗਿਆ? ਉਹਨੂੰ ਕਿਉਂ ਨਹੀਂ ਫਰਕ ਪੈਂਦਾ? ਕਿਉਂਕਿ ਉਹਨੂੰ ਕੀ ਲੱਗਦਾ ਵਾ ਕਿ ਮੈਂ ਕੌਣ ਆ? ਮੈਂ ਰਾਜਾ ਵਾਂ, ਮੈਂ ਫਿਰੌਨ ਆ। ਠੀਕ ਹੈ, ਤੇ ਮੈਂ ਕਿੱਦਾਂ ਝੁਕ ਸਕਦਾ? ਹੁਣ ਉਹਦੇ ਅੰਦਰ ਕੀ ਕੰਮ ਕਰਦਾ ਪਿਆ? ਉਹਦੇ ਪਿੱਛੇ ਕੀ ਕੰਮ ਕਰਦਾ? ਉਹਦੇ ਦਿਲ ਦੇ ਵਿੱਚ ਕਿਹੜੀ ਚੀਜ਼ ਉਹਨੂੰ ਝੁਕਣ ਨਹੀਂ ਦਿੰਦੀ? ਹੰਕਾਰ, ਘਮੰਡ ਜਿਹੜਾ ਉਹਨੂੰ ਝੁਕਣ ਨਹੀਂ ਦਿੰਦਾ। ਠੀਕ ਹੈ, ਹੁਣ ਧਿਆਨ ਦਿਓ ਪਰਮੇਸ਼ਰ ਕੀ ਯੂਜ਼ ਕਰਦੇ ਪਏ। ਜਦ ਸਿੱਖੀ ਸਮਝ ਕੇ ਵਰਸ ਆਉਂਦੀ, ਪਾਪੀ ਕੇ ਮਾਰਨੇ ਕੋ ਪਾਪ ਮਹਾਬਲੀ ਹੈ। ਠੀਕ ਹੈ, ਜਿਹਦਾ ਮਤਲਬ ਕੀ ਹੁੰਦਾ ਕਿ ਪਾਪੀ ਨੂੰ ਕੌਣ ਮਾਰਦਾ ਵਾ? ਪਾਪ ਮਾਰ ਦਿੰਦਾ। ਸੇਮ ਆਈ ਚੀਜ਼ ਇੱਥੇ ਵੇਖੋਗੇ, ਇੱਥੇ ਹੋ ਕੇ ਰਿਹਾ। ਠੀਕ ਹੈ, ਫਿਰ ਹੁਣ ਕਿੱਦਾਂ ਮਾਰੂਗਾ? ਪਰਮੇਸ਼ਰ ਨੂੰ ਮਾਰੂਗਾ। ਉਹਦਾ ਹੰਕਾਰ ਹੀ ਹੁਣ ਨੂੰ ਮਾਰੂਗਾ। ਸਿਰਫ ਆ ਕੇ ਪਰਮੇਸ਼ਰ ਉਹਨਾਂ ਦਾ ਖੇਡਣਗੇ। ਠੀਕ ਹੈ, ਪਰਮੇਸ਼ਰ ਉਹਦੇ ਹੰਕਾਰ ਨੂੰ ਯੂਜ਼ ਕਰਨਗੇ, ਉਹ ਆਪਣੇ ਆਪ ਹੀ ਆਪਣੇ ਆਪ ਨੂੰ ਖਤਮ ਕਰੂਗਾ। ਕਿੱਦਾਂ? ਕਿਉਂਕਿ ਹੁਣ ਜੇ 3 ਨੰਬਰ ਬਸ ਪੜੋਗੇ ਤੇ ਮੂਸਾ ਨੇ ਜਾ ਕੇ ਫਿਰ ਉਹਨੂੰ ਕੀ ਕਿਹਾ? 3 ਤੇ 4 ਵਿੱਚ। ਹਾਂਜੀ, 3 ਤੇ 4 ਵਿੱਚ ਦੁਬਾਰਾ ਪੜ੍ਹ ਲਓ। ਸੋ ਮੂਸਾ ਤੇ ਹਾਰੂਨ ਨੇ ਫਿਰੌਨ ਦੇ ਕੋਲ ਜਾ ਕੇ ਉਸ ਨੂੰ ਆਖਿਆ, ਜੋ ਇਬਰਾਨੀਆਂ ਦਾ ਪਰਮੇਸ਼ਰ ਇੰਜ ਫਰਮਾਉਂਦਾ ਹੈ
ਕਿ ਜਦ ਤੱਕ ਤੂੰ ਮੇਰੇ ਅੱਗੇ ਆਪਣੇ ਆਪ ਨੂੰ ਨੀਵਾਂ ਕਰਨ ਤੋਂ ਇਨਕਾਰ ਕਰਦਾ ਰਹੇਗਾ ਮੇਰੀ ਵਜ੍ਹਾ ਨੂੰ ਜਾਣ ਦੇ ਤਾਂ ਜੋ ਉਹ ਮੇਰੀ ਉਪਾਸਨਾ ਕਰੇ। ਹਾਂਜੀ ਠੀਕ ਹੈ ਬਸ ਠੀਕ ਹੈ। ਮੂਸਾ ਨੇ ਜਾ ਕੇ ਫਿਰ ਉਹਨੂੰ ਕੀ ਕਿਹਾ? ਪਰਮੇਸ਼ਰ ਕੀ ਕਹਿੰਦਾ ਵਾ? ਤੂੰ ਕਿੰਨੀ ਦੇਰ ਤੱਕ ਮੇਰੇ ਸਾਹਮਣੇ ਝੁਕਣ ਤੋਂ ਇਨਕਾਰ ਕਰੇਗਾ? ਠੀਕ ਹੈ ਧਿਆਨ ਦਿਓ, ਉੱਪਰ ਲਿਖਿਆ ਸੀ ਕਿ ਪਰਮੇਸ਼ਰ ਮਨ ਹਠੀਲਾ ਕਰਤਾ, ਪਰ ਥੱਲੇ ਆ ਕੇ ਉਹ ਕਹਿੰਦਾ ਪਿਆ ਕਿ ਤੂੰ ਕਿੰਨੀ ਦੇਰ ਤੱਕ ਕੀ ਕਰਾ ਰਹੇਗਾ? ਕਿੰਨੀ ਦੇਰ ਤੱਕ ਤੂੰ ਮੇਰੇ ਸਾਹਮਣੇ ਡਟਿਆ ਰਹੇਗਾ? ਕਿੰਨੀ ਦੇਰ ਤੱਕ ਤੂੰ ਦੀਨ ਨਹੀਂ ਹੋਏਗਾ? ਜਿਹਦਾ ਮਕਸਦ ਕੀ ਹੈ, ਇਹਦਾ ਮਤਲਬ ਕੀ ਆ? ਪਰਮੇਸ਼ਰ ਮਨ ਨਹੀਂ ਢੀਲਾ ਕਰਦਾ ਪਿਆ ਉਹਦਾ, ਪਰਮੇਸ਼ਰ ਨੂੰ ਉਹਦਾ ਮਨ ਸਖਤ ਨਹੀਂ ਕਰ ਰਿਹਾ, ਪਰਮੇਸ਼ਰ ਨੂੰ ਕਹਿ ਰਿਹਾ ਕਿ ਮੇਰੇ ਸਾਹਮਣੇ ਕੀ ਹੋ? ਦੀਨ ਹੋ। ਤੇ ਉਹ ਕੀ ਹੋ ਰਿਹਾ? ਉਹ ਕੀ ਹੋ ਰਿਹਾ? ਆਪਣੇ ਮਨ ਦੇ ਵਿੱਚ ਉੱਚਾ ਹੋ ਰਿਹਾ, ਕਠੋਰ ਹੋ ਰਿਹਾ। ਠੀਕ ਹੈ ਹੁਣ ਦੀ ਧਿਆਨ ਦਿਓ, ਜੇ ਤੁਸੀਂ ਫਿਰੌਨ ਦੀ ਜਗ੍ਹਾ ਤੇ ਹੋ ਤੇ ਮੂਸਾ ਆਵੇ, ਉਹ ਤੁਹਾਨੂੰ ਆ ਕੇ ਇੱਦਾਂ ਕਵੇ ਕਿ ਤੂੰ ਕਿੰਨੀ ਦੇਰ ਤੱਕ ਮੇਰੇ ਸਾਹਮਣੇ ਇੱਦਾਂ ਰਹੇਗਾ, ਤੁਹਾਨੂੰ ਕਿੱਦਾਂ ਫੀਲ ਹੋਊਗਾ? ਤੁਸੀਂ ਫਿਰੌਨ ਦੇ ਬਾਦਸ਼ਾਹ ਹੋ ਮਿਸਰ ਦੇ, ਤੁਹਾਨੂੰ ਕਿੱਦਾਂ ਫੀਲ ਹੋਊਗਾ? ਤੁਸੀਂ ਕਹੋਗੇ ਯਾਰ ਇੱਕ ਬੰਦਾ ਜਿਹੜਾ ਕਿ ਕੁਛ ਵੀ ਨਹੀਂ ਗਾ, ਹਾਂਜੀ ਉਹ ਮੈਨੂੰ ਝੁਕਣ ਵਾਸਤੇ ਕਹਿੰਦਾ, ਹੁਣ ਮੈਂ ਕੀ ਕਰੂੰਗਾ? ਮੈਂ ਕਹੂੰਗਾ ਮੈਂ ਨਹੀਂ ਮੰਨਦਾ ਕਿਸੇ ਨੂੰ। ਠੀਕ ਹੈ ਮੇਰੇ ਨਾਲ ਕੀ ਹੁੰਦਾ ਪਿਆ ਐਕਚੁਅਲ ਵਿੱਚ? ਉਹ ਮੈਨੂੰ ਕੀ ਕਰਦਾ ਪਿਆ? ਉਕਸਾਉਂਦਾ ਪਿਆ। ਠੀਕ ਹੈ ਪਰਮੇਸ਼ਰ ਨੇ ਤਾਂ ਕਹਿੰਦਾ, ਤੇ ਸਾਡੇ ਪਹਿਲੀ ਗੱਲ ਮਨ 'ਚ ਬੰਦੇ ਦੀ ਕੀ ਹੋਊਗੀ? ਰਾਜੇ ਦੇ, ਯਾਰ ਇਹ ਮੈਨੂੰ ਕਿੱਦਾਂ ਕਹਿ ਗਿਆ ਇੰਨੀ ਵੱਡੀ ਗੱਲ, ਇਹ ਕੌਣ ਹੁੰਦਾ ਮੈਨੂੰ ਨਹੀਂ ਕਹਿਣ ਵਾਲਾ? ਜਾਂ ਹੁਣ ਮੇਰਾ ਕੁਛ ਵੀ ਹੋ ਜਾਏ ਮੈਂ ਨਹੀਂ ਮੰਨਦਾ। ਠੀਕ ਹੈ ਕੀ ਕਰ ਰਿਹਾ ਉਹ? ਪਰਮੇਸ਼ਰ ਹੀ ਕਰ ਰਿਹਾ ਉਹਦੇ ਨਾਲ, ਉਹਦੀ ਈਗੋ ਨਾਲ ਖੇਡਿਆ ਜਾ ਰਿਹਾ। ਠੀਕ ਹੈ ਸੇਮ ਈਗੋ 'ਚ ਅੱਗੇ ਵੇਖੋ 4 'ਚ, ਨਹੀਂ ਤਾਂ ਜੇ ਤੂੰ ਮੇਰੀ ਬੱਚਾ ਨੂੰ ਘੱਲਣ ਤੋਂ ਮੁੱਕਰ ਜਾਵੇਗਾ ਹਾਂਜੀ ਤਾਂ ਵੇਖ ਮੈਂ ਭੜਕੇ ਦੀਆਂ ਹੱਦਾਂ ਵਿੱਚ ਸਦਾ ਲਿਆ ਰਹਾ। ਹਾਂਜੀ ਉਹ ਧਰਤੀ ਦੀ ਪਰਤ ਨੂੰ ਇਸ ਤਰ੍ਹਾਂ ਢੱਕ ਦੇਵੇਗੀ ਕਿ ਧਰਤੀ ਨੂੰ ਕੋਈ ਦੇਖ ਨਾ ਸਕੇਗਾ, ਅਤੇ ਉਹ ਉਸ ਬਕੀਏ ਨੂੰ ਜਿਹੜਾ ਤੁਹਾਡੇ ਲਈ ਗੜਿਆਂ ਤੋਂ ਬਚ ਰਿਹਾ ਹੈ ਖਾ ਜਾਵੇਗੀ, ਅਤੇ ਉਹ ਸਾਰੇ ਦੁਸ਼ਮਣ ਨੂੰ ਜਿਹੜੇ ਤੁਹਾਡੇ ਲਈ ਜੂ ਵਿੱਚ ਟੁੱਟੇ ਹਨ ਖਾ ਜਾਵੇਗੀ। ਠੀਕ ਆ ਅੱਛਾ ਫਿਰ ਧਿਆਨ ਦਿਓ ਜਿੱਥੋਂ ਆਪਾਂ ਸਟਾਰਟ ਕੀਤਾ, ਉਹਨਾਂ ਨੇ ਜਾ ਕੇ ਕੀ ਕਿਹਾ? ਫਿਰੌਨ ਤੇ ਸੌਰੀ ਮੂਸਾ ਤੇ ਹਾਰੂਨ ਨੇ ਫਿਰੌਨ ਨੂੰ ਜਾ ਕੇ ਕੀ ਕਿਹਾ ਸੀ ਜਾਂਦੇ ਜਾ ਕੇ? ਤੂੰ ਕਿੰਨੀ ਦੇਰ ਤੱਕ ਨੀਵਾਂ ਨਹੀਂ ਹੋਏਗਾ? ਹੁਣ ਤੇ ਧਿਆਨ ਦਿਓ, ਜੇ ਤੁਸੀਂ ਸਵਾਲ ਪੁੱਛਿਆ ਵਾ ਤੇ ਬਣਦਾ ਕੀ ਇੱਥੇ? ਜੇ ਤੁਸੀਂ ਸਵਾਲ ਪੁੱਛਿਆ ਕਿਸੇ ਨੂੰ ਅਗਲੀ ਚੀਜ਼ ਕੀ ਹੋਊਗੀ? ਜੇ ਮੈਂ ਤੁਹਾਨੂੰ ਕੋਈ ਸਵਾਲ ਪੁੱਛਦਾ ਹਾਂ ਨਾ, ਮੈਂ ਤੁਹਾਨੂੰ ਕਹਿੰਦਾ ਜੋਨ ਭਾਈ ਕੀ ਹਾਲ ਚਾਲ, ਤੁਸੀਂ ਕੀ ਕਹੋਗੇ? ਕਿਉਂ? ਹਾਂਜੀ ਜਵਾਬ ਦੇਣਗੇ। ਜੇ ਮੈਨੂੰ ਨਹੀਂ ਜਵਾਬ ਦਿੰਦੇ ਫਿਰ? ਠੀਕ ਹੈ ਇੱਥੇ ਵਾਲੀ ਚੀਜ਼ ਹੁੰਦੀ ਪਈ, ਸਵਾਲ ਦੇ ਬਾਅਦ ਕੀ ਹੋਣਾ ਸੀ? ਜਵਾਬ ਆਉਣਾ ਸੀ। ਫਿਰ ਹੁਣ ਕੋਈ ਜਵਾਬ ਦੇਵੇ ਕਿ ਹਾਂ ਮੈਂ ਹੋਵਾਂਗਾ ਤੇ ਜਾਂ ਮੈਂ ਨਹੀਂ ਹੋਵਾਂਗਾ। ਉਹ ਕੀ ਕਰਦੇ ਪਏ? ਉਹ ਬੋਲ ਕੇ ਤੇ ਫਟਾਫਟ ਉਹਨੂੰ ਜਵਾਬ ਦੇ ਮਤਲਬ ਕਿ ਜਵਾਬ ਦੇਣ ਦਾ ਮੌਕਾ ਨਹੀਂ ਦਿੱਤਾ। ਫਟਾਫਟ ਕੀ ਕੀਤਾ? ਹਾਂਜੀ ਨਾਲ ਹੀ ਨੂੰ ਪਤੀ ਸੁਣਾਤੀ, ਫਿਰ ਨਾ ਵੀ ਚੀਜ਼ ਹੋ ਜਾਣੀ ਹੈ। ਉਹਨੂੰ ਹੋਰ ਕੀ ਹੁੰਦਾ ਪਿਆ ਮਨ ਦੇ ਵਿੱਚ? ਹੋਰ ਗੁੱਸਾ ਆਉਂਦਾ ਪਿਆ ਕਿ ਯਾਰ ਇਹ ਮੈਨੂੰ ਕਿੱਦਾਂ ਬੋਲ ਗਿਆ ਪਹਿਲੀ ਵਾਰੀ, ਦੂਸਰੀ ਚੀਜ਼ ਇਹਦੀ ਕਿੱਦਾਂ ਹਿੰਮਤ ਹੁੰਦੀ ਮੈਨੂੰ ਵੀ ਚੀਜ਼ ਬੋਲ ਗਿਆ। ਠੀਕ ਹੈ ਉਹਦੇ ਅੰਦਰ ਕੀ ਹੋ ਰਿਹਾ ਹੁਣ? ਪਰਮੇਸ਼ਰ ਨਾਲ ਪਲੇ ਕਰਦੇ ਪਏ ਇੱਕ ਤਰੀਕੇ ਨਾਲ। ਠੀਕ ਹੈ ਉਹਦੀ ਈਗੋ ਪਲੇ ਹੁੰਦੀ ਪਈ ਕਿ ਅਗਲੇ ਨੂੰ ਜਵਾਬ ਕਹਿਣ ਦਾ ਮੌਕਾ ਨਹੀਂ ਦਿੱਤਾ। ਕਿ ਵੀ ਸਾਡੇ ਨਾਲ ਵੀ ਇੱਦਾਂ ਹੁੰਦਾ ਨਾ ਲਾਈਫ ਦੇ ਵਿੱਚ, ਆਪਾਂ ਕਹਿੰਦੇ ਯਾਰ ਇਕੱਲੇ ਬੋਲੀ ਜਾਂਦਾ ਸੀ, ਮੈਨੂੰ ਤਾਂ ਕਹਿਣ ਦਾ ਮੌਕਾ ਨਹੀਂ ਦਿੱਤਾ। ਠੀਕ ਹੈ ਮੈਂ ਜਵਾਬ ਦੇਣਾ ਸੀ, ਤੇ ਹੁਣ ਜੇ ਇਹ ਇੱਦਾਂ ਬੋਲ ਗਿਆ ਵਾ ਉੱਦਾਂ ਮੈਂ ਸੁਲ੍ਹਾ ਕਰ ਲੈਣੀ ਸੀ, ਪਰ ਹੁਣ ਕੀ ਕਰ ਗਿਆ ਵਾ? ਹੁਣ ਨਹੀਂ ਮੈਂ ਮੰਨਦਾ। ਠੀਕ ਹੈ ਈਗੋ ਪਲੇ ਹੋ ਜਾਂਦੀ। ਸੋ ਇੱਥੇ ਵੀ ਈਗੋ ਪਲੇ ਹੁੰਦੀ ਪਈ, ਪਾਪ ਹੀ ਮਾਰਦਾ ਪਿਆ। ਅੱਛਾ ਅੱਗੇ ਚੱਲੋ ਹੁਣ ਇਸ ਤੋਂ ਪਹਿਲਾਂ। ਅੱਛਾ ਹੁਣ ਬੱਤੀ ਕਿਹੜੀ ਆਣੀ ਆ? ਟਿੱਡੀਆਂ ਦੀ। ਇਸ ਤੋਂ ਪਹਿਲਾਂ ਕਿਹੜੀ ਬੱਤੀ ਆ ਚੁੱਕੀ? ਗੜੇ ਦੀ। ਤੇ ਇਹਦੇ ਨਾਲ ਕੀ ਹੋਇਆ ਸੀ ਪਿਛਲੀ ਵਾਰੀ? ਫਸਲਾਂ ਖਰਾਬ ਹੋ ਗਈਆਂ ਸੀ। ਹੁਣ ਜੇ ਟਿੱਡੀਆਂ ਆਉਣਗੀਆਂ ਤੇ ਫਿਰ ਕੀ ਹੋਊਗਾ? ਫਸਲਾਂ ਦੇ ਪਹਿਲਾਂ ਖਰਾਬ ਹੋ ਗਈਆਂ ਸੀ, ਹੁਣ ਜਿਹੜੀ ਬਚੀਆਂ ਵਾ ਉਹ ਵੀ ਖਰਾਬ ਹੋਣਗੀਆਂ। ਠੀਕ ਹੈ ਜਦੋਂ ਫਸਲਾਂ ਖਰਾਬ ਹੋਣਗੀਆਂ ਫਿਰ ਕੀ ਹੋਊਗਾ? ਅਕਾਲ ਪਊਗਾ ਫਿਰ ਕੀ ਹੋਊਗਾ? ਭੁੱਖ ਮਰੀ ਪਊਗੀ ਫਿਰ ਕੀ ਹੋਊਗਾ? ਲੋਕ ਮਰਨਗੇ ਫਿਰ ਕੀ ਹੋਊਗਾ? ਜਿਹੜੀ ਪੂਰੀ ਕੰਟਰੀ ਦੀ ਇਕੋਨਮੀ ਹੈਗੀ ਆ ਉਹ ਕਲੈਪਸ ਕਰ ਜਾਊਗੀ, ਖਤਮ ਹੋ ਜਾਊਗਾ। ਠੀਕ ਹੈ ਕਿਉਂਕਿ ਉਹਨੂੰ ਜ਼ਿਆਦਾ ਘਮੰਡ ਕਿਹਦੇ ਉੱਪਰ ਹੈਗਾ? ਮਿਸਰ ਨੂੰ। ਮਿਸਰ 'ਚ ਸਭ ਤੋਂ ਵੱਧ ਹੈਗਾ ਕੀ ਸੀ? ਮਿਸਰ 'ਚ ਸਭ ਤੋਂ ਵੱਧ ਨਾ ਲੋਕ ਹੀ ਸੀ, ਉਹਨਾਂ ਕੋਲ ਜ਼ਿਆਦਾ ਤਾਕਤ ਕਾਹਦੀ ਸੀ? ਧਨ ਦੌਲਤ ਕਾਹਦੇ ਨਾਲ ਸੀ? ਅਨਾਜ ਹੀ। ਠੀਕ ਹੈ ਤੇ ਧਿਆਨ ਦਿਓ ਉਹਨਾਂ ਕੋਲ ਹਮੇਸ਼ਾ ਅਨਾਜ ਰਿਹਾ ਸ਼ੁਰੂ 'ਚ ਹੀ। ਠੀਕ ਹੈ ਬ੍ਰੈਡ ਬਾਸਕਟ ਜਿੱਦਾਂ ਆਪਣਾ ਇੰਡੀਆ ਹੈਗਾ, ਉਸੇ ਤਰੀਕੇ ਉਹਨਾਂ ਕੋਲ ਅਨਾਜ ਹੀ। ਹੁਣ ਜੇ ਅਨਾਜ ਹੀ ਖਤਮ ਹੋ ਜਾਊਗਾ ਤਾਂ ਕੀ ਹੋਊਗਾ? ਦੇਸ਼ ਖਤਮ। ਠੀਕ ਹੈ ਸੋ ਪਰਮੇਸ਼ਰ ਹੀ ਕਰਦੇ ਪਏ, ਜਾਣ ਬੁੱਝ ਕੇ ਉਹਦੀ ਇਕੋਨਮੀ ਨਾਲ ਪਲੇ ਕਰਦੇ ਪਏ, ਸਿੱਧਾ ਨਹੀਂ ਉਹਨੂੰ ਕਰਦੇ ਪਏ। ਉਹਦਾ ਨੁਕਸਾਨ ਫਾਈਨੈਂਸ਼ੀਅਲ ਰੂਪ ਵਿੱਚ ਹੁੰਦਾ ਪਿਆ। ਅੱਛਾ ਠੀਕ ਆ ਹੁਣ ਵੇਖੋ 7 ਨੰਬਰ ਵਰਸ ਵਿੱਚ, ਦਸ ਦੀ 7। ਤਦ ਫਿਰੌਨ ਦੇ ਟਹਿਲੂਆਂ ਨੇ ਉਸ ਨੂੰ ਆਖਿਆ, ਇਹ ਮਨੁੱਖ ਕਦ ਤੀਕ ਸਾਡੇ ਲਈ ਇੱਕ ਪਾਪੀ ਹੋਵੇਗਾ
ਹਾਂਜੀ ਉਹਨਾਂ ਮਨੁੱਖਾਂ ਨੂੰ ਜਾਣ ਦਿਓ ਤਾਂ ਜੋ ਉਹ ਯਹੋਵਾ ਆਪਣੇ ਪਰਮੇਸ਼ਰ ਦੀ ਉਪਾਸਨਾ ਕਰਨ। ਹਾਂਜੀ। ਅਜੇ ਤੀਕ ਤੁਸੀਂ ਜਾਣਿਆ ਨਹੀਂ ਕਿ ਮਿਸਰ ਬਰਬਾਦ ਹੋ ਗਿਆ ਹੈ। ਹਾਂਜੀ ਕਿਹਨਾਂ ਨੇ ਕਿਹਾ ਉਹਨੂੰ? ਦੇ ਟੈਲੂ। ਫਿਰੌਨ ਦੇ ਨੌਕਰਾਂ ਨੇ। ਹੁਣ ਪਹਿਲੀ ਵਾਰੀ ਹੈਗਾ ਫਿਰੌਨ ਦੇ ਕੌਣ ਬੋਲੇ ਆ? ਨੌਕਰ ਬੋਲੇ ਕੀ? ਕਿਉਂ ਜਾਣਦੇ? ਕਿਉਂਕਿ ਸਾਡਾ ਕੀ ਹੁੰਦਾ ਪਿਆ? ਨੁਕਸਾਨ ਹੁੰਦਾ ਪਿਆ ਯਾਰ, ਤੂੰ ਜਾਣਦੇ। ਹੁਣ ਆਪਣੇ ਬੰਦੇ ਬਗਾਵਤ ਸ਼ੁਰੂ ਹੋ ਗਈ, ਪਹਿਲੀ ਵਾਰੀ ਆਪਣੀ ਬਗਾਵਤ ਸ਼ੁਰੂ ਹੋ ਗਈ 8ਵੀਂ ਬੱਤੀ ਤੋਂ ਬਾਅਦ। ਅੱਛਾ ਹੁਣ ਅੱਗੇ ਵੇਖੋ ਅੱਗੇ ਗਿਆ 8 ਵਿੱਚ। ਤਾਂ ਮੂਸਾ ਨੇ ਹਾਰੂਨ ਨੂੰ ਫਿਰੌਨ ਦੇ ਕੋਲ ਮੋੜ ਲਿਆਂਦੇ। ਹਾਂਜੀ ਲਿਆਂਦੇ ਗਏ। ਕਿਹਨਾਂ ਨੇ ਲਿਆਂਦਾ ਉਹਨੂੰ? ਉਹਦੇ ਟੈਲੂਆਂ ਨੇ। ਧਿਆਨ ਦਿਓ ਫਿਰੌਨ ਨਹੀਂ ਲਿਆਂਦਾ, ਫਿਰੌਨ ਦੇ ਜਿਹੜੇ ਹੈਗੇ ਆ ਉਹ ਨੌਕਰ ਲੈ ਗਏ। ਅੱਛਾ ਲਿਆਂਦਾ ਫਿਰ ਅੱਗੇ? ਉਸ ਨੇ ਉਹਨਾਂ ਨੂੰ ਆਖਿਆ ਜਾਓ ਔਰ ਯਹੋਵਾ ਆਪਣੇ ਪਰਮੇਸ਼ਰ ਦੀ ਉਪਾਸਨਾ ਕਰੋ, ਪਰ ਜਾਣ ਵੇਲੇ ਕਿਹੜੇ ਕਿਹੜੇ ਹਨ। ਇੱਕ ਮਿੰਟ ਹੁਣ ਧਿਆਨ ਦਿਓ, ਹੁਣ ਇੱਥੇ ਕੀ ਹੋ ਰਿਹਾ? ਹੋਰ ਦਿਮਾਗੀ ਚੀਜ਼ ਲਿਖਿਆ ਜਾਣ ਵੇਲੇ ਕਿਹੜੇ ਕਿਹੜੇ ਹਨ। ਨਾ, ਪਹਿਲਾਂ ਲਿਖਿਆ ਉਸਨੇ ਉਹਨਾਂ ਨੂੰ ਆਖਿਆ ਜਾਓ ਔਰ ਯਹੋਵਾ ਆਪਣੇ ਪਰਮੇਸ਼ਵਰ ਦੀ। ਇੱਥੇ ਖਤਮ ਹੋਣੀ ਚਾਹੀਦੀ ਸਟੋਰੀ ਹੈ ਨਾ ਯਾਰ, ਤੁਸੀਂ ਜਾਓ ਕੋਈ ਗੱਲ ਨਹੀਂ, ਪਰ ਅੱਗੇ ਕੀ ਗੱਲ ਲਿਖਤੀ ਨਾਲ? ਜਾਣ ਵੇਲੇ ਜੇ ਕਿਹੜੇ ਕਿਹੜੇ ਹਨ। ਨਾ ਪਰ ਜਾਣ ਵਾਲੇ ਇਹ ਕਿਉਂ ਹੁੰਦਾ ਪਿਆ? ਹੁਣ ਪਹਿਲਾਂ ਤੇ ਆਲਰੇਡੀ ਕਹਿ ਦਿੱਤਾ ਕਿ ਯਾਰ ਜਾਓ, ਹੁਣ ਕਿਉਂ ਪੁੱਛਦੇ ਪਏ ਜੇ ਕਿ ਜਾਣ ਵਾਲੇ ਕਿਹੜੇ ਕਿਹੜੇ? ਜਾਂ ਪਹਿਲਾਂ ਪੁੱਛੋ ਕਿ ਜਾਣ ਵਾਲੇ ਕਿਹੜੇ ਕਿਹੜੇ ਆ, ਫਿਰ ਮੈਂ ਜਾਣਦੇ ਨਾ। ਪਹਿਲਾਂ ਕਹਿ ਦਿੱਤਾ ਜਾਓ ਤੇ ਫਿਰ ਪੁੱਛਿਆ ਇਹ ਕਿਉਂ? ਠੀਕ ਹੈ, ਸਾਰੀ ਦਿਮਾਗੀ ਸਟੋਰੀ ਹੈਗੀ, ਦਿਮਾਗੀ ਲੜਾਈ ਹੈਗੀ। ਫਿਰ ਹੁਣ ਕੀ ਕਰਦਾ ਪਿਆ? ਫਿਰ ਹੁਣ ਕੀ ਕਰਦਾ ਪਿਆ ਇੱਥੇ? ਇੱਦਾਂ ਪੁੱਛ ਕੇ ਕੀ ਕਰਦਾ ਪਿਆ? ਸਾਰੀ ਦਿਮਾਗੀ ਸਟੋਰੀ, ਦਿਮਾਗੀ ਮਤਲਬ ਕਿ ਲੜਾਈ ਹੈਗੀ ਕਿਉਂ? ਉਹ ਟਾਈਮ ਖਰੀਦਣ ਦੀ ਕੋਸ਼ਿਸ਼ ਕਰਦਾ ਪਿਆ, ਮੇਰਾ ਬਚਾਓ ਜੇ। ਠੀਕ ਹੈ, ਮੈਨੂੰ ਮੌਕਾ ਮਿਲੇ ਕੁਛ ਹੋਰ ਸੋਚਣ ਦਾ, ਕੁਛ ਹੋਰ ਤਰੀਕਾ ਕੱਢਣ ਦਾ। ਠੀਕ ਹੈ, ਡਿਲੇ ਕਰੋ। ਜਦੇ ਧਿਆਨ ਨਾਲ ਸਾਰੀ ਸਟੋਰੀ ਸਮਝਣੀ ਆ, ਸਾਰੀ ਸਟੋਰੀ ਜੋ ਸਾਡੇ ਨਾਲ ਮਤਲਬ ਪਿਛਲੇ ਸਾਲ ਹੋਈ, ਇਸ ਸਾਲ ਹੋਈ, ਕਿਸਾਨਾਂ ਵਾਲੀ। ਕੀ ਚੱਲਦਾ ਪਿਆ ਸੀ? ਬਾਰ ਰਾਊਂਡ ਕਿਉਂ ਚੱਲਦੇ ਪਏ? 1 2 3 4 5 6 ਕਿਉਂ? ਸੇਮ ਆਈ ਚੀਜ਼ ਕੀ ਕਰਦੇ ਪਏ ਸੀ? ਟਾਈਮ ਖਰੀਦਣ ਦੀ ਕੋਸ਼ਿਸ਼। ਠੀਕ ਹੈ, ਆਪਾਂ ਟਾਈਮ ਬਾਏ ਕਰਦੇ ਹਾਂ, ਕੋਈ ਗੱਲ ਨਹੀਂ, ਇਹਨਾਂ ਨੇ ਭੱਜਣਾ, ਚਲੇ ਜਾਣਗੇ। ਠੀਕ ਹੈ, ਹੁਣ ਤੇ ਧਿਆਨ ਦਿਓ, ਉੱਥੇ ਵੀ ਫੈਸਲਾ ਕਿਉਂ ਵਾਪਸ ਹੋਇਆ ਹੋਊਗਾ? ਇੱਕ ਬੰਦਾ ਝੁੱਕ ਗਿਆ ਕਿ ਉੱਥੇ ਵੀ ਨੌਕਰ ਆਏ ਹੋਣੇ, ਉਹਨਾਂ ਨੇ ਕਿਹਾ ਹੋਣਾ ਯਾਰ ਨੁਕਸਾਨ ਹੋ ਜਾਣਾ ਸਾਡਾ। ਠੀਕ ਹੈ, ਵੋਟਾਂ ਆਏ ਨਹੀਂ ਅੱਗੇ, ਵੋਟਾਂ ਆਏ ਨਹੀਂ, ਨੁਕਸਾਨ ਹੋ ਜਾਣਾ, ਕੀ ਕਰੀਂਦੇ? ਇਹ ਤੇ ਇੱਥੇ ਬੈਠੇ, ਇਹਨਾਂ ਨੇ ਨਹੀਂ ਜਾਣਾ। ਉਹਨਾਂ ਦੀ ਮਜਬੂਰੀ ਇਹ ਬਣ ਗਈ। ਮਜਬੂਰੀ ਆ ਬਣ ਗਈ। ਜਿੱਦਾਂ ਨੌਕਰ ਇੱਥੇ ਆਏ ਆ, ਉਸੇ ਤਰੀਕੇ ਨਾਲ ਨੌਕਰ ਉੱਥੇ ਗਏ ਹੋਣਗੇ। ਇਹ ਸਾਰੀ ਬੈਕ ਸਟੋਰੀਜ਼ ਹੈਗੀਆਂ ਕਿ ਉੱਥੇ ਗਏ ਆ ਤੇ ਫਿਰ ਉਹਨਾਂ ਨੂੰ ਬੁਲਾਇਆ ਗਿਆ, ਜਾਓ ਯਾਰ ਚਲੇ ਜਾਓ। ਠੀਕ ਹੈ, ਸੋ ਕੁਝ ਸਮਝਣ ਲੋੜ ਹੈਗੀ। ਅੱਛਾ ਅੱਗੇ ਚੱਲੋ, ਵਰਸ ਨੰਬਰ 9। ਮੂਸਾ ਆਖਿਆ ਅਸੀਂ ਆਪਣੇ ਜਵਾਨਾਂ ਨਾਲ, ਆਪਣੇ ਬੁੱਢਿਆਂ ਨਾਲ ਜਾਵਾਂਗੇ, ਅਸੀਂ ਆਪਣੇ ਪੁੱਤਾਂ ਨਾਲ, ਆਪਣੀਆਂ ਧੀਆਂ ਨਾਲ, ਆਪਣੇ ਇੱਜੜਾਂ ਨਾਲ, ਆਪਣੇ ਵੰਗਾਂ ਨਾਲ ਜਾਵਾਂਗੇ। ਹਾਂਜੀ, ਮੂਸਾ ਨੇ ਕੀ ਕਿਹਾ? ਮੂਸਾ ਨੇ ਆਖਿਆ ਕਿ ਆਪਾਂ ਸਾਰਾ ਕੁਝ ਨਾਲ ਲੈ ਜਾਵਾਂਗੇ। ਉਹਨੂੰ ਪੁੱਛਦਾ ਵਾ ਕੌਣ ਆ, ਤੇ ਹੁਣ ਮੂਸਾ ਹੀ ਕਹਿੰਦਾ ਆਪਾਂ ਆਪਣਾ ਸਾਰਾ ਕੁਝ। ਹੁਣ ਧਿਆਨ ਦਿਓ, ਹੁਣ ਜੇ ਮੂਸਾ ਇੱਦਾਂ ਕਹੂਗਾ ਤੇ ਫਿਰ ਉਹਨੂੰ ਕਿੱਦਾਂ ਦਾ ਫੀਲ ਹੋਊਗਾ? ਕਿਉਂਕਿ ਸਾਰੀ ਗੱਲਬਾਤ ਕਰਨ ਦਾ ਮਕਸਦ ਕੀ ਸੀ? ਫਿਰ ਉਹਨੂੰ ਕੀ ਕਰਨਾ? ਫਿਰ ਉਹਦੀ ਈਗੋ ਨੂੰ ਹਰਟ ਕਰਨਾ, ਫਿਰ ਉਹਦੀ ਘਮੰਡ ਨੂੰ ਹੋਰ ਉਕਸਾਣਾ। ਹੁਣ ਫਿਰ ਉਹਨੂੰ ਕਹੂਗਾ ਯਾਰ ਮੈਂ ਹੀ ਝੁਕਿਆ ਇਕੱਲਾ, ਪਹਿਲਾਂ ਮੈਨੂੰ ਆਹ ਬੰਦਾ ਬੋਲ ਗਿਆ, ਫਿਰ ਮੈਨੂੰ ਕਹਿ ਗਿਆ ਟਿੱਡੀਆਂ ਵਾਲੀ, ਹੁਣ ਮੈਨੂੰ ਆ ਕੇ ਕੀ ਕਹਿੰਦਾ ਵਾ? ਸਾਰਾ ਕੁਛ ਹੀ ਨਾਲ ਲੈ ਗਿਆ। ਉਹਨੇ ਕਿਹਾ ਆਪਾਂ ਆਪਣੇ ਭੇਡ ਬੱਕਰੀਆਂ ਸਾਰੀ ਨਾਲ ਲੈ ਕੇ ਜਾਣੇ। ਠੀਕ ਹੈ, ਹੁਣ ਉਹਨੂੰ ਹੋਰ ਉਕਸਾਉਂਦਾ ਪਿਆ, ਤੇ ਉਕਸਾਹਟ ਵਿੱਚ ਕੀ ਹੁੰਦਾ ਪਿਆ? ਵਰਸ ਨੰਬਰ 10 ਦੇ ਵਿੱਚ। ਤਾਂ ਉਸ ਨੇ ਉਹਨਾਂ ਨੂੰ ਆਖਿਆ ਹਾਂਜੀ। ਯਹੋਵਾ ਤੁਹਾਡੇ ਸਭ ਹੋਵੇ, ਹਾਂਜੀ ਜਿਵੇਂ ਮੈਂ ਤੁਹਾਡੇ ਔਰ ਤੁਹਾਡੇ ਨਿਆਣਿਆਂ ਨੂੰ ਜਾਣ ਦਿੰਦਾ ਹਾਂ। ਵੇਖ ਲਓ ਬੁਰੀਆਈ ਤੁਹਾਡੇ ਅੱਗੇ ਹੈ। ਹਾਂਜੀ ਔਰ ਨਹੀਂ, ਪਰ ਤੁਸੀਂ ਮਨੁੱਖ ਜਾਓ ਔਰ ਯਹੋਵਾ ਦੀ ਉਪਾਸਨਾ ਕਰੋ, ਕਿਉਂ ਜੋ ਇਹੋ ਹੀ ਤੁਸੀਂ ਲੋੜੀਂਦੇ ਹੋ। ਹਾਂਜੀ, ਸੋ ਉਹ ਫਿਰੌਨ ਦੇ ਅੱਗੇ ਧੱਕੇ ਗਏ। ਉਹ ਫਿਰ ਉਹਦੇ ਸਾਹਮਣੇ ਕੱਢਦੇ ਗਏ। ਠੀਕ ਹੈ, ਕੀ ਹੋ ਰਿਹਾ? ਉਹ ਫਿਰ ਨਹੀਂ ਮੰਨਿਆ। ਕਿਉਂ ਨਹੀਂ ਮੰਨਿਆ? ਕਿਉਂਕਿ ਅਜੇ ਵੀ ਨਹੀਂ ਚੁੱਕਿਆ। ਹਾਂਜੀ ਨਾ, ਕਿਉਂਕਿ ਉਹਨੂੰ ਕੀ ਲੱਗਦਾ ਪਿਆ ਵਾ ਕਿ ਮੇਰੀ ਈਗੋ ਕੀ ਹੁੰਦੀ ਪਈ ਆ? ਹਾਰਟ ਹੁੰਦੀ ਪਈ। ਠੀਕ ਹੈ, ਉਹਨੂੰ ਉਹਦੇ ਹੰਕਾਰ ਨਾਲ ਹਟ ਰਿਹਾ। ਉਹਨੂੰ ਕੀ ਲੱਗਦਾ ਸੀ? ਠੀਕ ਆ, ਮੂਸਾ ਆਊਗਾ ਕਹੂਗਾ ਯਾਰ ਇੱਦਾਂ ਕਰ, ਜਾਨਵਰ ਛੱਡ ਦਿੰਦੇ, ਚੱਲ ਕੋਈ ਗੱਲ ਨਹੀਂ, ਨੈਗੋਸ਼ੀਏਸ਼ਨ ਕਰ ਲੈਂਦੇ, ਕੰਪਰੋਮਾਈਜ਼ ਕਰ ਲੈਂਦੇ। ਪਰ ਜਦੋਂ ਮੂਸਾ ਕਹਿੰਦਾ ਕਿ ਮੈਂ ਸਭ ਕੁਝ ਨਾਲ ਲੈ ਕੇ ਜਾਣਾ, ਤੇ ਇੱਕ ਬੰਦੇ ਨੂੰ ਕੀ ਲੱਗਦਾ ਪਿਆ ਯਾਰ ਸਾਰਾ ਕੁਛ ਇੰਨੀ ਮੰਨਣੀ ਆ, ਮੇਰੀ ਤਾਂ ਮਨਾਣੀ ਨਹੀਂ। ਇਹਦਾ ਮਤਲਬ ਕੀ ਆ? ਫਿਰ ਮੈਂ ਕੀ ਕਰੂੰਗਾ? ਕੁਛ ਨਹੀਂ ਮੰਨਣਾ ਮੈਂ। ਠੀਕ ਹੈ, ਸੋ ਹੁਣ ਧਿਆਨ ਦਿਓ, ਕੀ ਪਰਮੇਸ਼ਵਰ ਦੇ ਮਨ ਨੂੰ ਹਟੀਲਾ ਕਰ ਰਿਹਾ? ਪਰਮੇਸ਼ਵਰ ਦੇ ਮਨ ਨੂੰ ਹਟੀਲਾ ਕਰ ਰਿਹਾ? ਨਹੀਂ।
ਕੌਣ ਆਪਣੇ ਮਨ ਨੂੰ ਢੀਲਾ ਕਰ ਰਿਹਾ? ਆਪਣੇ ਆਪ ਨੂੰ ਅਸੀਂ ਆਪ ਹੀ ਢੀਲਾ ਕਰਦੇ ਹਾਂ। ਪਰਮੇਸ਼ਵਰ ਸਾਡੇ ਮਨ ਨੂੰ ਢੀਲਾ ਨਹੀਂ ਕਰਦਾ। ਅਸੀਂ ਆਪਣੇ ਆਪ ਨੂੰ ਆਪਣੀ ਈਗੋ ਵਿੱਚ, ਆਪਣੇ ਹੰਕਾਰ 'ਚ, ਆਪਣੇ ਘਮੰਡ 'ਚ ਆਪ ਹੀ ਹਟ ਕਰਦੇ। ਠੀਕ ਹੈ, ਸੋ ਇੱਥੇ ਵੀ ਆਹੀ ਚੀਜ਼ ਚੱਲਦੀ ਵੀ। ਅੱਛਾ ਠੀਕ ਆ, ਹੁਣ ਜਿਹੜੀ ਅੱਗੇ ਵੇਖੋਗੇ 16 ਤੇ 17। ਤਬ ਫਿਰੌਨ ਨੇ ਛੇਤੀ ਨਾਲ ਮੂਸਾ ਅਤੇ ਹਰੂਨ ਨੂੰ ਬੁਲਾ ਕੇ ਆਖਿਆ, ਮੈਂ ਯਹੋਵਾ ਤੁਹਾਡੇ ਪਰਮੇਸ਼ਵਰ ਦਾ ਔਰ ਤੁਹਾਡਾ ਪਾਪ ਕੀਤਾ ਹੈ। ਹਾਂਜੀ, ਹੁਣ ਤੂੰ ਮੇਰਾ ਪਾਪ, ਮੇਰਾ ਐਤਕੀ ਦੀ ਵਾਰ ਮਾਫ ਕਰ और यहोवा अपने परमेश्वर के कोल विश्वास कर कि वो केवल इस मौत तो मैनू हटा। ਹਾਂਜੀ ਠੀਕ ਆ। ਹੁਣ ਇੱਥੇ ਫਿਰ ਉਹਨੇ ਕਿਹਾ ਮੈਂ ਪਾਪ ਕੀਤਾ, ਦੂਜੀ ਵਾਰੀ ਕਿਹਾ। ਅੱਗੇ ਚੱਲੋ, ਹੁਣ 9 ਵਿਪੱਤੀ ਆਣੀ ਹਨੇਰੇ ਦੀ, 23 ਤੇ 24 ਵਰਸ। ਕਿਸੇ ਨੇ ਇੱਕ ਦੂਜੇ ਨੂੰ ਨਾ ਵੇਖਿਆ ਅਤੇ ਨਾ ਕੋਈ ਦਿਨ 3 ਦਿਨ ਤੀਕ ਆਪਣੇ ਥਾਂ ਤੋਂ ਉੱਠਿਆ। ਹਾਂਜੀ ਪਰ ਸਾਰੇ ਇਜ਼ਰਾਈਲੀਆਂ ਦੇ ਟਿਕਾਣਿਆਂ ਵਿੱਚ ਚਾਨਣਾ ਸੀ। ਹਾਂਜੀ ਤਦ ਫਿਰੌਨ ਨੇ ਮੂਸਾ ਨੂੰ ਸੱਦ ਕੇ ਆਖਿਆ, ਤੁਸੀਂ ਜਾਓ ਅਤੇ ਜਹਾਜ਼ ਦੀ ਉਪਾਸਨਾ ਕਰੋ, ਕੇਵਲ ਤੁਹਾਡੇ ਇੱਜੜ ਅਤੇ ਤੁਹਾਡੇ ਵਕਤ ਰਹਿ ਜਾਣ ਅਤੇ ਤੁਹਾਡੇ ਨਿਆਣੇ ਵੀ ਨਾਲ ਜਾਣ। ਹਾਂਜੀ ਤਾਂ ਮੂਸਾ ਨੇ ਆਖਿਆ, ਤੁਸੀਂ ਸਾਡੇ ਹੱਥ ਵਿੱਚ ਬਲੀਆਂ ਅਤੇ ਹੋਮ ਦੀਆਂ ਭੇਟਾਂ ਦਿਓ, ਤਾਂ ਜੋ ਅਸੀਂ ਜੋ ਆਪਣੇ ਪਰਮੇਸ਼ਰ ਦੀ ਚੜਾਈਏ। ਸਾਡੇ ਪਸ਼ੂ ਵੀ ਸਾਡੇ ਨਾਲ ਜਾਣਗੇ, ਇੱਕ ਖੁਰ ਵੀ ਪਿੱਛੇ ਨਾ ਰਹੇਗਾ, ਕਿਉਂ ਜੋ ਉਹਨਾਂ ਦੇ ਵਿੱਚੋਂ ਹੀ ਜੋ ਆਪਣੇ ਪਰਮੇਸ਼ਰ ਦੀ ਉਪਾਸਨਾ ਲਈ ਲਾਵਾਂਗੇ। ਅਤੇ ਜਦ ਤੀਕ ਉੱਥੇ ਨਾ ਜਾਈਏ, ਅਸੀਂ ਨਹੀਂ ਜਾਣਦੇ ਕਾਹਦੇ ਨਾਲ ਜੋ ਅਸੀਂ ਉਪਾਸਨਾ ਕਰਨੀ ਹੈ। ਬਸ ਅਮੀਨ। ਠੀਕ ਹੈ, ਹੁਣ 3 ਦਿਨ ਹਨੇਰਾ ਰਿਹਾ, ਫਿਰ ਉਹਨੇ ਫੇਰ ਬੁਲਵਾਇਆ ਤੇ ਮੂਸਾ ਕੀ ਕਹਿੰਦਾ ਪਿਆ ਹੁਣ? ਫਿਰ ਉਹਨੇ ਕੀ ਕਿਹਾ, ਕੀ ਕਰੋ? ਸਾਰਾ ਕੁਛ ਲੈ ਜਾਓ, ਕੌਣ ਛੱਡ ਜਾਓ? ਜਾਨਵਰ ਛੱਡ ਜਾਓ। ਮੂਸਾ ਨੇ ਕੀ ਕਿਹਾ? ਹਾਂਜੀ, ਉਹਨੇ ਕੁਛ ਹੋਰ ਵੀ ਕਿਹਾ ਨਾਲ, ਹੋਰ ਨੁਕਸਾਨ ਲਈ ਉਹਨੇ ਕੀ ਕਿਹਾ? ਉਹਨੇ ਕਿਹਾ ਕਿ ਆਪਾਂ ਜਾਨਵਰ ਦਾ ਕੀ ਇੱਕ ਖੁਰ ਵੀ ਪਿੱਛੇ ਨਾ ਰਹੇ। ਇੱਕ ਖੁਰ ਵੀ ਪਿੱਛੇ ਨਾ ਰਹੂਗਾ। ਠੀਕ ਹੈ, ਕਿਉਂਕਿ ਉਹਨੇ ਕੀ ਕਿਹਾ? ਉਹਨੇ ਕਿਹਾ ਸਾਨੂੰ ਪਤਾ ਨਹੀਂ ਪਰਮੇਸ਼ਰ ਨੇ ਕੀ ਮੰਗ ਲੈਣਾ, ਸਾਨੂੰ ਕੀ ਦਾ ਪਰਮੇਸ਼ਰ ਨੇ ਕਹਿਣਾ ਕਿ ਜਬਰਾ ਲੈ ਆ, ਜਿਰਾਫ ਲੈ ਆ, ਠੀਕ ਹੈ, ਦਰਾਈ ਘੋੜਾ ਲੈ ਆ, ਕੁਛ ਵੀ ਲੈ ਆ, ਆਪਾਂ ਸਾਰਾ ਕੁਛ ਲੈ ਕੇ ਜਾਣਾ। ਠੀਕ ਹੈ, ਸਾਨੂੰ ਨਹੀਂ ਪਤਾ ਉਹਨੇ ਕੀ ਮੰਗ ਲੈਣਾ, ਉੱਥੇ ਹਾਥੀ ਮੰਗ ਲਏ, ਕੁਛ ਮੰਗ ਲਏ। ਠੀਕ ਹੈ, ਇੱਦਾਂ ਨਹੀਂ ਹੈਗਾ ਕਿ ਆਪਾਂ ਸਾਰਾ ਕੁਛ ਛੱਡ ਜਾਈਏ। ਹੁਣ ਧਿਆਨ ਦੇ ਇੰਪੋਰਟੈਂਟ ਚੀਜ਼ ਜਿਹੜੀ ਇੱਥੇ ਚੀਜ਼ ਹੋ ਰਹੀ, 7 ਵਿਪੱਤੀਆਂ ਹੋ ਗਈਆਂ ਸੀ, 8ਵੀਂ ਵਿਪੱਤੀ ਹੈਗੀ ਟਿੱਡੀਆਂ ਦੀ, 9ਵੀਂ ਵਿਪੱਤੀ 9ਵੀਂ ਹਨੇਰੇ ਦੀ ਵਫਾ, 10ਵੀਂ ਪਹਿਲ ਉੱਠਿਆਂ ਦੀ। ਠੀਕ ਹੈ, 3 ਵਿਪੱਤੀਆਂ ਲਾਸਟ ਰਹਿ ਗਈਆਂ, ਪਹਿਲੀ ਟਿੱਡੀਆਂ ਦੀ, ਦੂਸਰੀ ਹਨੇਰੇ ਦੀ, ਤੀਸਰੀ ਪਹਿਲ ਉੱਠੇ ਦੀ। ਅੱਛਾ, ਹੁਣ ਧਿਆਨ ਦਿਓ ਇੰਪੋਰਟੈਂਟ ਚੀਜ਼ ਪਿੱਛੇ ਇੱਕ ਵਾਰੀ ਫੇਰ ਪੜ੍ਹੋ 17 ਨੰਬਰ ਵਰਸ। ਹੁਣ ਤੂੰ ਮੇਰਾ ਪਾਪ, ਮੇਰਾ ਐਤਕੀ ਵਾਰ ਮਾਫ ਕਰ ਅਤੇ ਜੋ ਆਪਣੇ ਪਰਮੇਸ਼ਰ ਦੇ ਕੋਲ ਵਿਸ਼ਵਾਸ ਕਰ ਕਿ ਉਹ ਕੇਵਲ ਇਸ ਮੌਤ ਨੂੰ ਮੈਥੋਂ ਹਟਾਵੇ। ਅੱਛਾ, ਹੁਣ ਉਹਨੇ ਕਿਹਾ ਆਪਣੇ ਪਰਮੇਸ਼ਵਰ ਦੀ ਸਿਫਾਰਿਸ਼ ਕਰਕੇ ਉਹ ਕੇਵਲ ਇਸ ਮੌਤ ਨੂੰ ਮੇਥੋਂ ਹਟਾਵੇ। ਕੀ ਹਟਾਵੇ? ਮੌਤ ਨੂੰ ਹਟਾਵੇ। ਅੱਛਾ ਠੀਕ ਹੈ, ਤਾਂ ਮੈਨੂੰ ਵਾਪਸ ਆਉਣਾ। ਪਰ ਜੇ ਤੁਸੀਂ ਮੂਸਾ ਦੀ ਜਗ੍ਹਾ ਤੇ ਹੁੰਦੇ, ਤੁਹਾਨੂੰ ਫਿਰੌਨ ਕਹਿੰਦਾ ਕਿ ਇਕੱਲੇ ਜਾਨਵਰ ਛੱਡ ਜਾਓ, ਤੁਸੀਂ ਕੀ ਕਹਿਣਾ ਹੈ? ਹਾਂਜੀ, ਤੁਸੀਂ ਕਹਿਣਾ ਸ਼ੁਕਰ ਆ ਭਰਾ ਲੱਥੀ, 200 ਸਾਲ ਹੋ ਗਿਆ ਸੀ ਹੈ ਨਾ ਗੁਲਾਮੀ ਵਿੱਚ, ਬੜੀ ਮੁਸ਼ਕਿਲ ਮੰਨਿਆ ਸੀ, ਇੰਨੀ ਵਾਰੀ 10 ਵਾਰੀ ਮੰਨ ਕੇ ਆਣਾ। ਹਾਂਜੀ, ਤੁਸੀਂ ਕਹਿਣਾ ਜਾਨਵਰ ਕੀ ਆ, ਜਾਣ ਹੈਗਾ, ਜਾਣ ਆਣਾ, ਜਾ ਕੇ ਜਿਉਂਦੇ ਮਿਲੇ, ਸਾਰਾ ਕੁਛ ਕਹਿਣਾ ਸੀ ਹੈ ਨਾ। ਤੁਸੀਂ ਕਹਿਣਾ ਸੀ ਛੱਡੋ ਜਾਨਵਰ, ਕੋਈ ਨਹੀਂ, ਜਾਨਵਰ ਕਿਹੜੀ ਗੱਲ ਹੈਗੀ। ਪਰ ਉਹ ਕੀ ਕਹਿੰਦਾ? ਮੈਂ ਜਾਨਵਰ ਨਾਲ ਲੈ ਕੇ ਨਹੀਂ। ਕੀ ਕਰਦਾ ਪਿਆ ਉਹ? ਫਿਰ ਉਹਨੂੰ ਕੀ ਕਰਦਾ ਪਿਆ? ਹੋਰ ਗੁੱਸਾ ਕਿ ਫਿਰ ਉਹਨ ਕੀ ਆ, ਉਹਦੇ ਬਸ ਈਗੋ ਨੂੰ ਡਿਸਟਰੋਏ ਕਰਦੇ ਪੂਰੀ ਤਰੀਕੇ ਨਾਲ। ਠੀਕ ਹੈ, ਉਹਨੂੰ ਮੈਨੂੰ ਡਿਸਟਰੋਏ ਕਰਨ ਦੀ ਨਾਲ ਲੋੜ ਪਵੇ। ਆਪਾਂ ਕਹਿੰਦੇ ਨਾ ਹਮੇਸ਼ਾ ਕਿ ਦਿਮਾਗ ਨਾਲ ਲੜਾਈ ਲੜੋ। ਉਹ ਹਾਥੀ ਨੇ ਕੁਛ ਵੀ ਚੁੱਕਦੇ ਪਏ, ਕੌਣ ਡਿਸਟਰੋਏ ਕਰਦਾ ਪਿਆ ਉਹਨੂੰ? ਫਿਰ ਉਹਨੂੰ ਮੇਰੇ ਵੀ ਕੁਛ ਰਹਿ ਜੇ ਯਾਰ, ਮੇਰੀ ਇੱਕ ਤੇ ਮੰਨ ਲਓ। ਇੱਦਾਂ ਹੀ ਕਹਿੰਦੇ ਸੀ ਨਾ ਯਾਰ, ਤੁਸੀਂ 2 ਸਾਲ ਡਿਲੇ ਕਰ ਲਓ, ਫਿਰ ਤੁਹਾਡਾ ਆਹ ਕਰ ਦਾਂਗੇ, ਤੁਸੀਂ ਇੱਦਾਂ ਕਰ ਲਓ, ਫਿਰ ਆਹ ਕਰ ਦਾਂਗੇ। ਉਹ ਕਹਿੰਦੇ ਨਾ, ਆਪਾਂ ਪੂਰਾ ਹੀ ਮੰਨਣਾ। ਠੀਕ ਹੈ, ਸੇਮ ਇੱਥੇ ਹੈਗਾ। ਉਹ ਕਹਿੰਦਾ ਨਾ, ਆਪਾਂ ਕਹਿ ਸਕਦੇ ਸੀ ਯਾਰ ਤੁਸੀਂ ਘਰ ਆ ਕੇ ਸਲਾਹ ਕਰਦੇ, ਯਾਰ ਸਲਾਹ ਕਰਕੇ ਦੱਸਾਂਗੇ। ਉਹਨਾਂ ਕਹਿਣਾ ਯਾਰ ਛੱਡ ਭਰਾ, ਜਾਨਵਰ ਹੀ ਆ ਨਾ, ਅੱਗੇ ਕਿਹੜੇ ਸਾਡੇ ਕੋਲ 100 ਹੈਗੇ, 2 ਤੇ ਹੈਗੇ ਆ, ਛੱਡ ਜਾਂਦੇ ਕੋਈ ਨਹੀਂ। ਠੀਕ ਹੈ, ਪਰ ਉਹ ਨਹੀਂ ਮੰਨਦੇ। ਪਰ ਹੁਣ ਜਿਹੜੀ ਇੰਪੋਰਟੈਂਟ ਚੀਜ਼ ਆਈ, ਉਹਨੇ ਕਿਹਾ ਕਿ ਪਰਮੇਸ਼ਰ ਅੱਗੇ ਪ੍ਰਾਰਥਨਾ ਕਰਕੇ ਮੇਰੇ ਉੱਪਰੋਂ ਕੀ ਚੁੱਕ ਲਏ? ਕਿਹੜੀ ਵਿਪੱਤੀ ਬਾਅਦ ਕਿਹਾ ਉਹਨੇ? ਆ ਕਿਹੜੀ ਵਿਪੱਤੀ ਹੋਈ ਇੱਥੇ? ਹਾਂਜੀ ਨਾ, ਟਿੱਡੀਆਂ ਦੀ 8ਵੀਂ ਵਿਪੱਤੀ ਤੋਂ ਬਾਅਦ ਹੈ ਨਾ, ਕਿਉਂਕਿ ਇਸ ਤੋਂ ਬਾਅਦ ਕਿਹੜੀ ਆਣੀ ਆ? ਹਨੇਰੇ ਦੀ। ਤੇ 10ਵੀਂ ਕਿਹੜੀ ਆਣੀ ਆ? ਪਹਿਲ ਉੱਠਿਆਂ ਦੀ। ਮੌਤ ਕਿਹੜੀ ਵਿਪੱਤੀ 'ਚ ਆਉਂਦੀ? 10ਵੀਂ ਤੇ। ਪਰ ਉਹ ਕਿਹੜੀ ਵੀ ਵਿਪੱਤੀ ਕਹਿੰਦਾ ਪਿਆ ਮੌਤ ਮੇਰੇ ਸਾਈਡ ਤੇ ਕਰ ਲਾ? 8ਵੀਂ ਤੇ। ਇਹ ਕਿਉਂ? ਮੌਤ 10ਵੀਂ ਤੋਂ ਬਾਅਦ ਹੁੰਦੀ, ਤੇ 10ਵੀਂ ਬਾਅਦ ਕਵੇ ਹਜੇ ਤੇ ਆਈ ਨਹੀਂ, ਉਹ ਪਹਿਲਾਂ ਹੀ ਕਹੀ ਹੁੰਦਾ। ਠੀਕ ਹੈ, 8ਵੀਂ ਤੇ ਕਿਉਂ ਕਹਿੰਦਾ? ਕਿਉਂਕਿ ਵੱਡਾ ਸੀਕਰਟ ਕੀ ਆ?
ਤਿੰਨ ਵਿਪੱਤੀਆਂ ਪਲਾਸਟਿਕ ਵਾਲ ਕੀਤੀਆਂ, 8ਵੀਂ ਕਿਹੜੀ, 9ਵੀਂ ਕਿਹੜੀ, 10ਵੀਂ ਕਿਹੜੀ, ਲੜਕਿਆਂ ਦੀ ਮੌਤ। ਪਹਿਲੋਂ ਉੱਠੇ ਮੁੱਲ, ਤਿੰਨੋਂ ਸੇਮ ਹੈਗੀਆਂ। ਠੀਕ ਹੈ, ਇਸ ਲਈ ਇੱਥੇ ਆਇਆ ਤਿੰਨੋਂ ਇੱਕੋ ਦਾ ਪਾਰਟ ਹੈਗੇ। ਤੈਨੂੰ ਯਾਦ ਹੋ ਇੱਕ ਵਾਰ ਮੈਂ ਤੁਹਾਨੂੰ ਸ਼ੇਅਰ ਕੀਤਾ ਸੀ, ਪਹਿਲੀ ਤਿੰਨ ਵਿਪੱਤੀਆਂ ਸੇਮ ਹੈਗੀਆਂ, ਇੱਕ ਗਰੁੱਪ ਦੀਆਂ ਹੈਗੀਆਂ। ਇੱਥੇ 8ਵੀਂ 9ਵੀਂ ਤੇ 10ਵੀਂ ਕੀ ਆ, ਸੇਮ ਹੈਗੀਆਂ, ਇੱਕੋ ਗਰੁੱਪ ਦੀਆਂ ਹੈਗੀਆਂ। ਤੇ ਕਹੋਗੇ ਯਾਰ ਆਹ ਕਿੱਦਾਂ ਟਿੱਡੀਆਂ ਵੱਖਰੀਆਂ ਵਾ, ਹਨੇਰਾ ਵੱਖਰਾ ਵਾ ਤੇ ਪਹਿਲਾਂ ਉੱਠਿਆਂ ਦੀ ਵੱਖਰੀ ਹੈਗੀ, ਕੁਛ ਮੈਚ ਨਹੀਂ ਹੁੰਦਾ। ਠੀਕ ਹੈ, ਆਪਾਂ ਮੈਚ ਕਰਨਾ, ਮੈਚ ਕਿੱਦਾਂ ਹੁੰਦਾ, ਜਦੋਂ ਉਹਨੇ ਕਿਹਾ ਸੀ ਕਿ ਟਿੱਡੀਆਂ ਆਉਣਗੀਆਂ ਫਿਰ ਕੀ ਹੋਊਗਾ, ਹਾਂਜੀ ਹਨੇਰਾ ਛਾ ਜਾਊਗਾ। ਉਹ ਕਿਹੜੀ ਬੱਤੀ ਦੀ ਗੱਲ ਕਰਦੇ ਪਏ, ਅੱਗੇ ਕਿਹੜੀ ਹੋਣ ਵਾਲੀ ਹੈ, ਟਿੱਡੀਆਂ ਬਾਅਦ ਕਿਹੜੀ ਹੋਣੀ ਸੀ, ਹਨੇਰੇ ਦੀ, ਕਿਉਂਕਿ ਨੇ ਲਿਖਿਆ ਟਿੱਡੀਆਂ ਇੰਨੀ ਛਾ ਜਾਣਗੀਆਂ ਤੂੰ ਕੀ ਨਹੀਂ ਵੇਖ ਸਕੇਗਾ, ਤੂੰ ਧਰਤੀ ਨਹੀਂ ਵੇਖ ਸਕੇਗਾ। ਹੁਣ ਜਦੋਂ 9ਵੀਂ ਪੱਤੀ ਆਊਗੀ ਤੇ ਉਦੋਂ ਕੀ ਹੋ ਜਾਣਾ, ਉਦੋਂ ਕੀ ਹੋਣਾ, ਹਨੇਰਾ। ਤੇ ਹਨੇਰੇ 'ਚ ਕੀ ਨਹੀਂ ਕੀ ਹੋਊਗਾ, ਕੀ ਨਹੀਂ ਵੇਖੂਗਾ, ਧਰਤੀ ਨਹੀਂ ਵੇਖੂਗੀ ਤੇ ਕੁਛ ਵੀ ਨਹੀਂ ਵੇਖੂਗਾ। ਠੀਕ ਹੈ, ਟਿੱਡੀਆਂ, ਹਨੇਰਾ ਤੇ ਪਹਿਲਾਂ ਉੱਠਿਆਂ ਦੀ, ਤਿੰਨਾਂ ਵਿੱਚੋਂ ਕਿਹੜੀ ਚੀਜ਼ ਵੇਖਣ ਵਾਲੀ ਹੈਗੀ, ਕਿਹੜੀ ਚੀਜ਼ ਤੇ ਵੇਖ ਸਕਦੇ ਹੋ ਤਿੰਨਾਂ ਵਿੱਚੋਂ, ਦੇਖਣ ਵਾਲੀ ਕਿਹੜੀ, ਤਿੰਨਾਂ ਵਿੱਚੋਂ ਦੇਖਣ ਵਾਲੀ ਕਿਹੜੀ ਆ, ਤੇ ਮੌਤ ਨੂੰ ਵੇਖ ਨਹੀਂ ਸਕਦੇ ਹਨਾ। ਤਿੰਨਾਂ ਵਿੱਚੋਂ ਟਿੱਡੀਆਂ, ਹਨੇਰਾ ਤੇ ਪਹਿਲਾਂ ਉੱਠੇ, ਕਿਹੜੀ ਦੇਖਣ ਵਾਲੀ ਹੈਗੀ, ਕਿਹਨੂੰ ਆਪਾਂ ਵੇਖ ਸਕਦੇ ਹਾਂ, ਟਿੱਡੀਆਂ ਨੂੰ ਵੇਖ ਸਕਦੇ ਹਾਂ। ਜ਼ਿਆਦਾ ਕਿਹਨੂੰ ਵੇਖ ਸਕਦੇ ਹਾਂ, ਟਿੱਡੀਆਂ ਨੂੰ। ਹੁਣ ਟਿੱਡੀਆਂ ਹੋ ਗਈਆਂ, ਇਸ ਤੋਂ ਬਾਅਦ ਦੋ ਰਹਿ ਗਈਆਂ, ਇੱਕ ਹਨੇਰਾ ਤੇ ਦੂਸਰੀ ਪਹਿਲਾਂ ਉੱਠੇ। ਇਹਨਾਂ ਦੋਨਾਂ 'ਚ ਕਿਹਨੂੰ ਵੇਖ ਸਕਦੇ ਹੋ, ਕਿਉਂਕਿ ਜੇ ਤੇ ਧਿਆਨ ਨਾਲ ਵੇਖੋਗੇ ਵਰਸ ਨੰਬਰ 9 ਦੀ 10 ਦੀ 23 ਨੰਬਰ ਵਰਸ, ਕਿਸੇ ਇੱਕ ਦੂਜੇ ਨੂੰ ਨਾ ਵੇਖਿਆ ਅਤੇ ਨਾ ਕੋਈ 3 ਦਿਨ ਤੱਕ ਆਪਣੇ ਥਾਂ ਤੋਂ ਉੱਠਿਆ। ਹਾਂਜੀ, ਔਰ ਸਾਰੇ ਇਜ਼ਰਾਈਲੀਆਂ ਦੇ ਟਿਕਾਣਿਆਂ ਵਿੱਚ ਚਾਨਣਾ ਸੀ। 3 ਦਿਨ ਤੱਕ। ਕੋਈ ਆਪਣੀ ਜਗ੍ਹਾ ਤੋਂ ਨਾ ਉੱਠਿਆ। ਠੀਕ ਆ, 21 ਨੰਬਰ ਵਰਸ ਵਿੱਚ ਵੇਖੋ ਹੁਣ। ਤਾਂ ਯਹੋਵਾ ਨੇ ਮੂਸਾ ਨੂੰ ਆਖਿਆ, ਆਪਣਾ ਆਕਾਸ਼ਵਾਨ ਪਸਾਰ ਤਾਂ ਜੋ ਮਿਸਰ ਦੇਸ਼ ਵਿੱਚ ਹਨੇਰਾ ਹੋ ਜਾਵੇ, ਜਿਹਾ ਹਨੇਰਾ ਜਿਹੜਾ ਟੋਇਆ ਜਾਵੇ। ਇਦਾਂ ਦਾ ਹਨੇਰਾ ਹੀ ਜਿਹੜਾ ਕਿ ਟੋਇਆ ਜਾਵੇ। ਤਿੰਨ ਚੀਜ਼ਾਂ ਵਿੱਚੋਂ ਇੱਕ ਚੀਜ਼ ਤੁਸੀਂ ਵੇਖ ਸਕਦੇ ਸੀ, ਟਿੱਡੀਆਂ। ਹੁਣ ਬਚ ਗਈਆਂ ਦੋ, ਹਨੇਰਾ ਤੇ ਮੌਤ ਵਾਲੀ। ਦੋਨਾਂ ਵਿੱਚੋਂ ਕਿਹੜੀ ਚੀਜ਼ ਹੈਗੀ ਆ ਜਿਹੜੀ ਤੁਸੀਂ ਟੱਚ ਕਰ ਸਕਦੇ ਹੋ, ਵੇਖ ਸਕਦੇ ਹੋ, ਹਨੇਰੇ ਦੀ। ਹਨੇਰਾ ਹੁਣ ਜਦੋਂ ਹਨੇਰਾ ਹੋਊਗਾ ਤੇ ਕੀ ਲਿਖਿਆ, 3 ਦਿਨ ਤੱਕ ਕੀ ਆ, ਕੋਈ ਵੀ ਬੰਦਾ ਆਪਣੀ ਜਗ੍ਹਾ ਤੋਂ। ਇਹ ਚੀਜ਼ ਕਦੋਂ ਹੁੰਦੀ ਆ ਤੁਹਾਡੇ ਖਿਆਲ ਨਾਲ, ਕਦੋਂ ਹੁੰਦਾ ਕਿ ਜਦੋਂ ਬੰਦਾ ਹਨੇਰੇ 'ਚ ਹੋਵੇ ਤੇ ਹਿੱਲ ਨਾ ਸਕੇ, ਜਦੋਂ ਬੰਦਾ ਹਨੇਰੇ 'ਚ ਹੋਵੇ ਕੁਛ ਨਾ ਦੇਖ ਸਕੇ ਤੇ ਉੱਠ ਨਾ ਸਕੇ, ਆਹ ਚੀਜ਼ ਕਦੋਂ ਹੁੰਦੀ, ਕਿਉਂਕਿ ਇਸ ਤੋਂ ਅਗਲੀ ਵਿਪੱਤੀ ਕਿਹੜੀ ਆਣੀ, ਮੌਤ ਵਾਲੀ। ਜਦੋਂ ਬੰਦਾ ਮਰ ਜਾਂਦਾ ਉਦੋਂ ਕੁਝ ਵੀ ਨਹੀਂ ਵੇਖ ਸਕਦਾ, ਉਦੋਂ ਨਾ ਕੁਛ ਵੇਖਦਾ ਨਾ ਕੁਛ ਉਹ ਉੱਠ ਸਕਦਾ। ਠੀਕ ਹੈ, ਸਮਝ ਲੱਗਦੀ ਵੀ ਗਰੁੱਪ ਕੀ ਬਣਿਆ, ਤਿੰਨੋਂ ਕਿੱਦਾਂ ਇੱਕ ਗਰੁੱਪ ਦੀ ਹੈਗੀਆਂ। ਟਿੱਡੀਆਂ ਵਿੱਚ ਤੁਸੀਂ ਵੇਖ ਨਹੀਂ ਸਕਦੇ ਕਿਉਂਕਿ ਟਿੱਡੀਆਂ ਇੰਨੀਆਂ ਆਣਾ ਧਰਤੀ ਛਾ ਲੈਣੀ। ਦੂਜੀ ਵਾਰੀ ਹਨੇਰਾ ਇੰਨਾ ਹੋ ਜਾਣਾ ਕਿ ਤੁਸੀਂ ਉੱਠ ਨਹੀਂ ਸਕਦੇ, ਕਿਉਂਕਿ ਅਗਲੀ ਵਿਪੱਤੀ ਜਿਹੜੀ ਐਂਡ ਦੇ ਕਲਾਈਮੈਕਸ ਆਉਣਾ ਉਹ 'ਚ ਕੀ ਹੋਣਾ, ਤੁਸੀਂ ਉੱਠ ਹੀ ਨਹੀਂ ਸਕਦੇ। ਠੀਕ ਹੈ, ਮੌਤ ਆ ਜਾਣੀ। ਠੀਕ ਹੈ, ਸੋ ਤਿੰਨ ਵਿਪੱਤੀਆਂ ਕੀ ਚੱਲਦੀਆਂ ਪਈਆਂ, ਇਕੱਠੀਆਂ ਇੱਕੋ ਗਰੁੱਪ ਹੈਗੀਆਂ। ਪਰਮੇਸ਼ਰ ਮਤਲਬ ਇੰਟੈਂਸਿਟੀ ਹੈਗੀ, ਪਹਿਲੀ ਇੰਟੈਂਸਿਟੀ ਘੱਟ ਆ, ਦੂਜੀ ਦੀ ਵੱਧ, ਤੀਸਰੇ ਦੀ ਉਸ ਤੋਂ ਵੀ ਜ਼ਿਆਦਾ। ਠੀਕ ਹੈ, ਸੋ ਇੰਟੈਂਸਿਟੀ ਗੱਲ ਕਰਦੇ ਪਏ। ਲਾਸਟ ਮੈਂ ਹੋਰ ਸ਼ੇਅਰ ਕਰਾਂਗਾ ਜਿਹੜੀ ਕਿ ਕੂਚ 10 ਦੀ 28। ਤਾਂ ਫਿਰੌਨ ਨੇ ਉਸ ਨੂੰ ਆਖਿਆ, ਮੇਰੇ ਕੋਲੋਂ ਨਿਕਲ ਜਾ ਅਤੇ ਧਿਆਨ ਰੱਖ ਤੂੰ ਫਿਰ ਕਦੀ ਮੇਰਾ ਮੂੰਹ ਨਾ ਵੇਖੀ, ਕਿਉਂਕਿ ਜਿਸ ਦਿਨ ਤੂੰ ਮੇਰਾ ਮੂੰਹ ਵੇਖੇਗਾ ਤੂੰ ਮਰੇਗਾ। ਹਾਂਜੀ, ਫਿਰ ਉਹਨੇ ਮੂਸਾ ਨੂੰ ਕੀ ਕਿਹਾ, ਤੂੰ ਮੇਰਾ ਮੂੰਹ ਨਾ ਵੇਖੀ, ਮੇਰੇ ਸਾਹਮਣੇ ਚਲਾ ਜਾ, ਆਏ ਤੋਂ ਬਾਅਦ ਕੀ ਨਾ ਕਰੀ, ਮੇਰਾ ਮੂੰਹ ਨਾ ਵੇਖੀ, ਕਿਉਂਕਿ ਜਿੱਦਣ ਤੂੰ ਮੇਰਾ ਮੂੰਹ ਵੇਖੇਗਾ ਤੂੰ ਮਰ ਜਾਏਗਾ। ਇੱਕ ਮਿੰਟ, ਹੁਣ ਧਿਆਨ ਨਾਲ ਸੋਚੋ, ਆਹ ਚੀਜ਼ ਮੂਸਾ ਨਾਲ ਕਦੀ ਉਸ ਤੋਂ ਬਾਅਦ ਹੋਈ ਸੀ, ਕਦੀ ਉਸ ਤੋਂ ਪਹਿਲਾਂ ਸੇਮ ਆਹੀ ਚੀਜ਼ ਕਿ ਜਿੱਥੇ ਕਿਸੇ ਨੇ ਉਹਨੂੰ ਕਿਹਾ ਹੋਵੇ ਕਿ ਮੇਰਾ ਮੂੰਹ ਨਾ ਵੇਖੀ ਨਹੀਂ ਤੇ ਮਰ ਜਾਏਗਾ। ਪਰਮੇਸ਼ਵਰ ਨੇ ਕੀ ਕਿਹਾ ਸੀ ਮੂਸਾ ਨੂੰ, ਕੋਈ ਮੇਰਾ ਮੂੰਹ ਵੇਖ ਕੇ ਜੀਵਤ ਨਹੀਂ ਹੋ ਸਕਦਾ, ਜੇ ਤੂੰ ਮੇਰਾ ਮੂੰਹ ਵੇਖੇਗਾ ਤਾਂ ਕੀ ਹੋ ਜਾਏਗਾ, ਮਰ ਜਾਏਗਾ। ਹੁਣ ਇਸ ਤੋਂ ਪਹਿਲਾਂ ਮੂਸਾ ਨੂੰ ਕੌਣ ਕਹਿੰਦਾ ਪਿਆ ਵਾ, ਫਿਰੌਨ। ਠੀਕ ਹੈ, ਹੁਣ ਧਿਆਨ ਦਿਓ, ਫਿਰੌਨ ਕੀ ਰੋਲ ਪਲੇ ਕਰਦਾ ਪਿਆ, ਆਪਣੇ ਨੂੰ ਕੀ ਸ਼ੋਅ ਕਰਦਾ ਪਿਆ, ਮੈਂ ਪਰਮੇਸ਼ਵਰ ਹੈਗਾ। ਜਿੱਦਾਂ ਪਰਮੇਸ਼ਵਰ ਸਾਹਮਣੇ ਬੰਦਾ ਜਿਹੜਾ ਹੈਗਾ ਵਾ ਉਹ ਦੇਖੂਗਾ ਤੇ ਮਰ ਜਾਊਗਾ, ਉਸੇ ਤਰੀਕੇ ਨਾਲ ਜੇ ਮੇਰੇ ਸਾਹਮਣੇ ਮੂਸਾ ਨੇ ਕਹਿੰਦਾ ਤੂੰ ਵੇਖੇਗਾ ਤਾਂ ਕੀ ਹੋ ਜਾਏਗਾ। ਪਰ ਮੈਂ ਰਿਵਰਸ ਸੋਚਦਾ ਪਿਆ ਇਹਨੂੰ ਕਿ ਜੇ ਧਿਆਨ ਦਿਓ, ਜੇ ਮੂਸਾ ਨੂੰ ਦੂਜੀ ਵਾਰੀ ਪਰਮੇਸ਼ਵਰ ਕਹਿੰਦਾ ਵਾ ਕਿ ਤੂੰ ਮੇਰਾ ਮੂੰਹ ਨਹੀਂ ਵੇਖ ਸਕਦਾ, ਜੇ ਵੇਖੇਗਾ ਤੇ ਮਰ ਜਾਏਗਾ, ਤੇ ਮੂਸਾ ਨੂੰ ਕੀ ਯਾਦ ਆਉਂਦਾ ਹੋਣਾ, ਕਿਉਂਕਿ ਇਸ ਤੋਂ ਪਹਿਲਾਂ ਕਿਉਂ ਇਹਨੂੰ ਕਹਿ ਚੁੱਕਾ ਆਲਰੇਡੀ। ਕੌਣ ਕਹਿ ਚੁੱਕਾ, ਫਿਰੌਨ ਕਹਿ, ਤੇ ਮੂਸਾ ਸੋਚਦਾ ਯਾਰ ਸਾਰੇ ਮੈਨੂੰ ਉੱਦਾਂ ਹੀ ਕਹਿ ਦਿੰਦੇ ਆ, ਮੂੰਹ